ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਅੱਜ ਅਸੀਂ ਸ਼ਬਦ ਕਰਾਂਗੇ, ਸੁਨੋ ਲੋਕਾ ਮੈਂ ਪ੍ਰੇਮ ਰਸ ਪਾਇਆ। ਬਾਣੀ 'ਚ ਲਿਖਿਆ ਹੈ, ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ, ਮਿਰਤਕ ਕਹੀਏ ਨਾਨਕਾ ਜੈ ਪ੍ਰੀਤ ਨਹੀਂ ਭਗਵੰਤ। ਪ੍ਰੀਤ, ਪ੍ਰੇਮ ਇਹ ਕਦੋਂ ਜਾਗਦੀ ਹੈ? ਜਦੋਂ ਵਾਹਿਗੁਰੂ ਦੀ ਸਾਡੇ ਤੇ ਕਿਰਪਾ ਹੁੰਦੀ ਹੈ। ਔਰ ਕਿਰਪਾ ਕਦੋਂ ਹੁੰਦੀ ਹੈ? ਜਦੋਂ ਅਸੀਂ ਗੁਰੂਆਂ ਦੇ ਬਚਨ ਕਮਾਉਂਦੇ ਹਾਂ। ਸਾਨੂੰ ਤੇ ਇੱਧਰ ਉੱਧਰ ਜਾਣ ਦੀ ਲੋੜ ਨਹੀਂ। ਸਾਡੇ ਗੁਰੂਆਂ ਨੇ ਸਾਨੂੰ ਇੰਨੀ ਸੋਹਣੀ ਬਾਣੀ ਦਿੱਤੀ ਹੈ। ਸਾਡੇ ਪ੍ਰਥਕ ਗੁਰੂ ਸਾਡੇ ਕੋਲ ਨੇ ਤੇ ਉਹਨਾਂ ਦੇ ਬਚਨ ਕਮਾਣੇ, ਬਾਣੀ ਪੜ੍ਹਨੀ, ਬਚਨ ਕਮਾਣੇ, ਇਹ ਪ੍ਰੀਤ ਤਾਂ ਹੀ ਹਿਰਦੇ ਵਿੱਚ ਜਾਗਦੀ ਹੈ। ਸੁਨੋ ਲੋਕਾ ਮੈਂ ਪ੍ਰੇਮ ਰਸ ਪਾਇਆ, ਪੰਚਮ ਪਾਤਸ਼ਾਹ ਦਾ ਸ਼ਬਦ ਹੈ। ਪੰਚਮ ਪਾਤਸ਼ਾਹ ਇਹਦੇ 'ਚ ਕਹਿੰਦੇ ਨੇ ਕਿ ਸੁਣੋ ਲੋਕਾ। ਉਹਨਾਂ ਨੇ, ਗੁਰੂਆਂ ਨੇ ਜਿੰਨੀ ਵੀ ਬਾਣੀ ਰਚੀ ਹੈ, ਉਚਾਰੀ ਹੈ, ਉਹ ਆਪਣੇ ਆਪ ਨੂੰ ਇੰਨਾ ਨੀਵਾਂ ਰੱਖ ਕੇ ਬਾਣੀ ਸਾਨੂੰ ਪ੍ਰੇਮ, ਪਿਆਰ, ਸ਼ਰਧਾ, ਨੀਵੇਂ ਹੋ ਕੇ ਰਹਿਣਾ, ਨਮਰਤਾ ਰੱਖਣੀ, ਇਹ ਸਾਨੂੰ ਬਾਣੀ ਸਿਖਾਉਂਦੀ ਹੈ ਕਿ ਜਿੰਨੇ ਅਸੀਂ ਨੀਵੇਂ ਹੋ ਕੇ ਰਵਾਂਗੇ ਓਨੀ ਸਾਨੂੰ ਸੁੱਖਾਂ ਦੀ ਪ੍ਰਾਪਤੀ ਹੋਏਗੀ। ਤੇ ਇੱਥੇ ਪੰਚਮ ਪਾਤਸ਼ਾਹ ਨੇ ਕਿਹਾ, ਸੁਣੋ ਲੋਕਾ ਮੈਂ ਪ੍ਰੇਮ ਰਸ ਪਾਇਆ। ਕਿ ਲੋਕੀ ਸੁਣੋ ਤੁਸੀਂ ਸਾਰੇ, ਕਿ ਜਦੋਂ ਤੋਂ ਇਹ ਪਿਤਾ ਪਰਮੇਸ਼ਰ ਦੀ ਮੇਰੇ ਤੇ ਕਿਰਪਾ ਹੋਈ ਹੈ ਔਰ ਮੈਨੂੰ ਉਹਦਾ ਪ੍ਰੇਮ ਰਸ ਮਿਲਿਆ ਹੈ, ਉਹਨੇ ਮੇਰੇ ਤੇ ਇੰਨੀ ਕਿਰਪਾ ਕੀਤੀ ਹੈ ਕਿ ਮੈਨੂੰ ਪ੍ਰਭੂ ਦਾ ਪ੍ਰੇਮ ਰਸ ਮਿਲਿਆ, ਮੈਨੂੰ ਉਹਦਾ ਪ੍ਰੇਮ ਮਿਲਿਆ ਹੈ। ਔਰ ਪ੍ਰੇਮ ਕਿਸ ਤਰ੍ਹਾਂ ਮਿਲਦਾ ਹੈ? ਇਹ ਤੇ ਸਾਨੂੰ ਕਮਾਣਾ ਪੈਂਦਾ ਹੈ। ਬਾਬਾ ਜੀ ਦੇ ਬਚਨ ਕਮਾਣੇ ਪੈਂਦੇ ਨੇ। ਤੇ ਉਹਦੇ ਨਾਲ ਫਿਰ ਕੀ ਹੋਇਆ ਹੈ? ਦੁਰਜਨ ਮਾਰੇ ਵੈਰੀ ਸੰਘਾਰੇ, ਸਤਿਗੁਰ ਮੋਕੋ ਹਰ ਨਾਮ ਦਿਵਾਇਆ। ਜਦੋਂ ਵਾਹਿਗੁਰੂ ਦਾ ਨਾਮ ਸਾਨੂੰ, ਹਰੀ ਦਾ ਨਾਮ ਸਾਨੂੰ ਮਿਲ ਜਾਂਦਾ ਹੈ ਤੇ ਫਿਰ ਕੀ ਹੁੰਦੇ ਨੇ? ਦੁਰਜਨ ਮਾਰੇ। ਔਰ ਜਿਹੜੇ ਵਿਕਾਰ ਹੁੰਦੇ ਨੇ, ਜਿਹੜੇ ਸਾਡੇ ਵੈਰੀ ਹੁੰਦੇ ਨੇ, ਉਹ ਫਿਰ ਸਾਡੇ ਨਸ਼ਟ ਹੋ ਜਾਂਦੇ ਨੇ। ਅੱਗੇ ਆਂਦਾ ਹੈ, ਸੱਸੂ ਕੇ ਪਿਰ ਕੀਨੀ ਵਾਕ। ਸੰਗਤ ਜੀ, ਜਦੋਂ ਅਸੀਂ ਇਸ ਧਰਤੀ ਤੇ ਆਨੇ ਆ ਤੇ ਅਸੀਂ ਆ ਸਰੀਰ ਲੈ ਕੇ ਜਦੋਂ ਇਸ ਧਰਤੀ ਤੇ ਅਸੀਂ ਆਨੇ ਆ ਤੇ ਸਾਡੇ ਕਈ ਰਿਸ਼ਤੇ ਹੁੰਦੇ ਨੇ, ਬਾਈ ਬਰਥ ਮਿਲਦੇ ਨੇ, ਜਿਸ ਤਰ੍ਹਾਂ ਮਾਤਾ ਪਿਤਾ, ਭੈਣ ਭਰਾ। ਕਈ ਰਿਸ਼ਤੇ ਸਾਨੂੰ ਇਹ ਜਿਹੜੇ ਸਾਡੇ ਹੁੰਦੇ ਨੇ, ਇਹ ਸਾਨੂੰ ਬਾਈ ਬਰਥ ਮਿਲਦੇ ਨੇ। ਤੇ ਫਿਰ ਇਸ ਤੋਂ ਬਾਅਦ ਇਹ ਜਿਸ ਤਰ੍ਹਾਂ ਸਾਨੂੰ ਬਾਬਾ ਜੀ ਨੇ ਐਗਜ਼ਾਮਪਲ ਬਾਣੀ 'ਚ ਹਰ ਵਾਰੀ ਐਗਜ਼ਾਮਪਲਸ ਦੇ ਕੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕੁਝ ਰਿਸ਼ਤੇ ਸਾਨੂੰ ਬਾਈ ਬਰਥ ਮਿਲਦੇ ਨੇ। ਕੁਝ ਰਿਸ਼ਤੇ, ਜਿਸ ਤਰ੍ਹਾਂ ਸਾਡਾ ਇੱਕ ਲੜਕੀ ਦੀ ਸ਼ਾਦੀ ਹੁੰਦੀ ਹੈ, ਉਸ ਤੋਂ ਬਾਅਦ ਫਿਰ ਉਹਦੇ ਰਿਸ਼ਤੇ ਬਣਦੇ ਨੇ, ਜਿਸ ਤਰ੍ਹਾਂ ਕਿ ਸੱਸ ਸਹੁਰਾ, ਜੇਠ ਜਠਾਣੀ, ਜੋ ਕਿ ਇਹ ਰਿਸ਼ਤੇ ਬਾਣੀ ਦੇ ਵਿੱਚ ਦਰਜ ਨੇ। ਤੇ ਕੁਝ ਰਿਸ਼ਤੇ ਹੁੰਦੇ ਨੇ ਜੋ ਸਾਡੇ ਕਰਮਾਂ ਦੇ ਕਰਕੇ ਬਣਦੇ ਨੇ। ਜਿਸ ਤਰ੍ਹਾਂ ਹੁਣੇ ਭਾਜੀ ਨੇ ਸ਼ਬਦ ਪੜਿਆ ਕਿ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਇਹ ਸਾਡੇ ਕਰਮਾਂ ਦੇ ਕਰਕੇ ਰਿਸ਼ਤੇ ਬਣਦੇ ਨੇ। ਪ੍ਰਭੂ ਦੇ ਨਾਲ ਸਾਡੇ ਕਰਮਾਂ ਕਰਕੇ ਰਿਸ਼ਤੇ ਬਣਦੇ ਨੇ। ਤੇ ਪੁਰਾਣੇ ਜ਼ਮਾਨੇ 'ਚ ਕੀ ਹੁੰਦਾ ਸੀ? ਜਦੋਂ ਕਿਸੇ ਲੜਕੀ ਦੀ ਸ਼ਾਦੀ ਹੁੰਦੀ ਸੀ ਤੇ ਉਹਨੂੰ 40 ਦਿਨ ਉਹਨੂੰ ਕੋਈ ਕੰਮਕਾਜ ਤੇ ਨਹੀਂ ਲਗਾਉਂਦੇ ਸੀ। ਤੇ ਉਹਨੂੰ ਇਸ ਲਈ ਨਹੀਂ ਲਗਾਉਂਦੇ ਸੀ ਕਿ ਉਹ 40 ਦਿਨ ਘਰ 'ਚ ਬੈਠ ਕੇ ਉਹ ਉਹਦੇ ਘਰ ਦੇ ਤੌਰ ਤਰੀਕੇ ਸਿੱਖੇ, ਉਹ ਦੇਖੇ ਘਰ 'ਚ ਕੌਣ ਨੇ, ਵੱਡੇ ਵਡੇਰੇ ਕੌਣ ਨੇ, ਉਹਨਾਂ ਨੂੰ ਦੇਖੇ ਕਿ ਉਹਨਾਂ ਦਾ ਕਿਸ ਤਰ੍ਹਾਂ ਉਹ ਰਹਿੰਦੇ ਨੇ, ਉਹਨਾਂ ਦਾ ਖਾਣਾ ਪੀਣਾ ਕੀ ਹੈ, ਉਹਨਾਂ ਨੂੰ ਕਿਹੜੇ ਟਾਈਮ ਤੇ ਕੀ ਦੇਣਾ ਹੈ, ਤਾਂ ਕਿ ਉਹ ਸਾਰੇ ਘਰ ਦੇ ਰੀਤੀ ਰਿਵਾਜ, ਤੌਰ ਤਰੀਕੇ ਸਿੱਖੇ। ਔਰ ਇਹਦੇ ਵਿੱਚ ਬੜਾ ਵੱਡਾ ਰੋਲ ਉਹਦੇ ਹਸਬੈਂਡ ਦਾ ਵੀ ਹੁੰਦਾ ਹੈ। ਅਗਰ ਪਤੀ ਉਹਨੂੰ
ਸਿਆਣਾ ਮਿਲ ਜਾਂਦਾ ਹੈ ਤੇ ਉਹ ਉਹਨੂੰ ਨਾਲ ਦੱਸਦਾ ਜਾਂਦਾ ਹੈ ਕਿ ਸਾਰਿਆਂ ਦਾ ਦਿਲ ਕਿਸ ਤਰ੍ਹਾਂ ਜਿੱਤਣਾ ਹੈ। ਕਿਉਂਕਿ ਲੜਕੀ ਤੇ ਉਸ ਘਰ ਵਿੱਚ ਨਵੀਂ ਆਈ ਹੁੰਦੀ ਹੈ, ਉਹਨੂੰ ਨਹੀਂ ਪਤਾ ਹੁੰਦਾ। ਇਹ ਅੱਜ ਕੱਲ੍ਹ ਦਾ ਟਾਈਮ ਨਹੀਂ ਹੈ ਕਿ ਪਹਿਲਾਂ ਡੇਟਿੰਗ ਹੁੰਦੀ ਹੈ, ਸਾਰਾ ਪਤਾ ਚੱਲ ਜਾਂਦਾ ਹੈ। ਪਰ ਤਾਂ ਵੀ ਤੁਸੀਂ ਕਿਸੇ ਦੇ ਵੀ ਨਾਲ ਕਿੰਨਾ ਵੀ ਤੁਸੀਂ ਰਵੋ, ਜਦੋਂ ਤੱਕ ਤੁਸੀਂ ਨਾਲ ਇਕੱਠੇ ਨਹੀਂ ਰਵੋਗੇ ਉਦੋਂ ਤੱਕ ਪਤਾ ਨਹੀਂ ਚੱਲਦਾ। ਤੇ ਪੁਰਾਣੇ ਜ਼ਮਾਨੇ 'ਚ ਪਤੀ ਸਾਰਿਆਂ ਨਾਲੋਂ ਕਲੋਜ਼ ਇਸਤਰੀ ਕਿਹਦੀ ਹੁੰਦੀ ਹੈ? ਆਪਣੇ ਪਤੀ ਦੇ। ਤੇ ਪਤੀ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਕਿ ਉਹ ਉਹਨੂੰ ਕਦਮ ਕਦਮ ਤੇ ਦੱਸਦਾ ਹੈ ਕਿ ਸਾਰਿਆਂ ਦਾ ਨੇਚਰ ਕੀ ਹੈ, ਸਾਰਿਆਂ ਨਾਲ ਕਿਸ ਤਰ੍ਹਾਂ ਪਿਆਰ ਪਾਉਣਾ, ਸਾਰਿਆਂ ਦਾ ਸੁਭਾਅ ਕੀ ਹੈ। ਤੇ ਇਹਦੇ ਵਿੱਚ ਐਗਜ਼ਾਮਪਲ ਦਿੱਤਾ ਹੈ ਕਿ ਇਹ ਜਿਹੜੇ ਸਾਰੇ ਜਦੋਂ ਸ਼ਾਦੀ ਦੇ ਬਾਅਦ ਕਈ ਵਾਰੀ ਕੀ ਹੁੰਦਾ ਹੈ ਕਿ ਸਾਡੇ ਵਿੱਚ ਜਠਾਣੀ ਦਰਾਣੀ ਇਹਨਾਂ ਦੇ ਵਿੱਚ ਕੁਝ ਥੋੜੀ ਜਿਹੀ ਫ੍ਰਿਕਸ਼ਨ ਪੈਦਾ ਹੋ ਜਾਂਦੀ ਹੈ। ਤੇ ਇਹ ਸਾਰੇ ਰਿਸ਼ਤੇ ਕਿਹਨੂੰ ਦਿੱਤੇ ਨੇ? ਇਹ ਕਿਹਨੂੰ ਸਿੰਬੋਲਿਕ ਕਰਦੇ ਨੇ ਇਹ ਸਾਰੇ ਰਿਸ਼ਤੇ? ਕਿ ਇਹ ਰਿਸ਼ਤੇ ਸਾਰੇ ਸਿੰਬੋਲਿਕ ਨੇ ਕਿ ਜੋ ਸਾਡੇ ਮਨ ਦੇ ਵਿੱਚ ਇਹ ਵਿਕਾਰ ਹੁੰਦੇ ਨੇ। ਜਿਸ ਤਰ੍ਹਾਂ ਸਾਡੇ ਬਾਏ ਬਰਥ ਸਾਨੂੰ ਰਿਸ਼ਤੇ ਮਿਲਦੇ ਨੇ, ਉਸੇ ਤਰ੍ਹਾਂ ਸੰਗਤ ਜੀ ਬਾਏ ਬਰਥ ਸਾਡੇ ਅੰਦਰ ਗੁਣ ਵੀ ਆਉਂਦੇ ਨੇ, ਗੁਣ ਵੀ ਆਉਂਦੇ ਨੇ ਔਰ ਅਵਗੁਣ ਵੀ ਆਉਂਦੇ ਨੇ। ਅਵਗੁਣ ਸਾਡੇ ਸੰਗਤ ਦੇ ਨਾਲ ਵੀ ਆਉਂਦੇ ਨੇ, ਅਸੀਂ ਕਿਸ ਤਰ੍ਹਾਂ ਦੀ ਸੰਗਤ ਕਰਦੇ ਹਾਂ। ਗੁਣ ਅਵਗੁਣ ਸਾਡੇ ਉਹਦੇ ਕਰਕੇ ਵੀ ਆਉਂਦੇ ਨੇ। ਤੇ ਇਹਦੇ ਵਿੱਚ ਫਿਰ ਕੀ ਹੁੰਦਾ ਹੈ ਕਿ ਜਦੋਂ ਅਸੀਂ ਪ੍ਰਭੂ ਦੇ ਨਾਲ, ਜਦੋਂ ਸਾਨੂੰ ਪਤਾ ਹੈ ਸਾਨੂੰ ਪਰਮਾਤਮਾ ਨੇ ਇੰਨੀ ਫਰੀडम ਦਿੱਤੀ ਹੈ ਕਿ ਅਸੀਂ ਕਰਮ ਆਪਣੇ ਇੱਛਾ ਅਨੁਸਾਰ ਕਰ ਸਕੀਏ। ਤੇ ਜਦੋਂ ਅਸੀਂ ਅੱਛੇ ਕਰਮ ਕਰਦੇ ਹਾਂ ਤੇ ਉਹਦੇ ਨਾਲ ਫਿਰ ਕੀ ਹੁੰਦਾ ਹੈ, ਜੋ ਸਾਡੇ ਵਿਕਾਰ, ਜਿਹੜੇ ਸਾਡੇ ਅਵਗੁਣ, ਜਿਹੜੇ ਸਾਡੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਜਿਹੜੇ ਸਾਡੇ ਨਾਲ ਸਾਡੇ ਆਂਦੇ ਨੇ, ਉਹ ਫਿਰ ਜਦੋਂ ਪ੍ਰਭੂ ਦੀ ਪ੍ਰੀਤ ਸਾਡੇ ਮਨ ਦੇ ਅੰਦਰ ਵਸਦੀ ਹੈ ਤੇ ਇਹ ਫਿਰ ਕਿਹਦੇ 'ਚ ਕਨਵਰਟ ਹੋ ਜਾਂਦੇ ਨੇ? ਦਇਆ ਦੇ ਵਿੱਚ, ਧਰਮ ਦੇ ਵਿੱਚ, ਸੰਤੋਖ ਦੇ ਵਿੱਚ। ਤੇ ਇਹਦੇ 'ਚ ਬਾਣੀ 'ਚ ਇਹਦੇ 'ਚ ਸਾਨੂੰ ਕੀ ਦੱਸਿਆ ਹੈ? ਸੱਸੂ ਕੇ ਪਿਰ ਕੀਨੀ ਵਾਕ, ਕਿ ਜਿਹੜਾ ਮੇਰਾ ਹਸਬੈਂਡ ਹੈ, ਇਹਦੇ ਬਾਣੀ ਦੇ ਵਿੱਚ ਲਿਖਿਆ ਹੈ ਕਿ ਇਸ ਜਗ ਮੈਂ ਪੁਰਖ ਇੱਕ ਹੈ। ਇਸ ਪੂਰੇ ਜਗ ਦੇ ਵਿੱਚ ਪੁਰਖ ਇੱਕੋ ਹੀ ਹੈ ਔਰ ਬਾਕੀ ਸਾਰੇ ਕੀ ਨੇ? ਬਾਕੀ ਸਾਰੇ ਸਭੇ ਨਾਰ ਸਮਾਈ, ਜਿਹੜੇ ਸਾਰੇ ਬਾਕੀ ਦੇ ਨੇ ਸਾਰੇ ਨਾਰੀਆਂ ਨੇ। ਔਰ ਜੋ ਭਗਤੀ ਕਰਦਾ ਹੈ, ਭਗਤੀ ਉਹਨਾਂ ਨੇ ਕਿਹਾ ਕਿ ਜਿਹਨੇ ਵੀ ਪ੍ਰਮਾਤਮਾ ਦੀ ਭਗਤੀ ਕਰਨੀ ਹੈ ਉਹ ਨਾਰੀ ਬਣ ਕੇ ਭਗਤੀ ਕਰੇ। ਕਿਉਂਕਿ ਨਾਰੀ ਨੂੰ ਉਹਨਾਂ ਨੇ ਭਗਤੀ ਕੀਤਾ ਕਿ ਨਾਰੀ ਦੇ ਵਿੱਚ ਭਗਤੀ ਜ਼ਿਆਦਾ, ਜਿਸ ਤਰ੍ਹਾਂ ਉਹ ਲਾਇਲ ਰਹਿੰਦੀ ਹੈ ਆਪਣੇ ਪਤੀ ਦੇ ਪ੍ਰਤੀ, ਆਪਣੇ ਬੱਚਿਆਂ ਦੇ, ਆਪਣੀ ਫੈਮਿਲੀ ਦੇ ਪ੍ਰਤੀ, ਤੇ ਉਸ ਤਰ੍ਹਾਂ ਹੀ ਲਾਇਲ ਹੋ ਕੇ ਉਹ ਪਰਮਾਤਮਾ ਦੀ ਬੰਦਗੀ ਕਰਨੀ ਹੈ ਅਸੀਂ। ਤੇ ਸੱਸੂ ਕੇ ਫਿਰ ਕੀਨੀ ਵਾਕ, ਦੇਰ ਜਿਠਾਣੀ ਮੋਈ ਦੁੱਖ ਸੰਤਾਪ। ਜਦੋਂ ਪ੍ਰਭੂ ਦਾ ਨਾਮ ਸਾਡੇ ਹਿਰਦੇ ਵਿੱਚ ਵਸ ਜਾਂਦਾ ਹੈ ਤੇ ਜਿਹੜੇ ਸਾਡਾ ਅਗਿਆਨ ਹੈ, ਜਿਸ ਤਰ੍ਹਾਂ ਅਗਿਆਨ ਹੈ, ਜੋ ਸਾਡੇ ਵੈਰੀ ਨੇ, ਜੋ ਸਾਡੇ ਘਰ, ਜੋ ਸਾਡੀਆਂ ਤ੍ਰਿਸ਼ਨਾਵਾਂ, ਜੋ ਸੰਸਾਰਿਕ ਸਾਡੀਆਂ, ਜੋ ਸਾਨੂੰ ਮੋਹਦੀਆਂ ਨੇ ਚੀਜ਼ਾਂ, ਇਹ ਸਾਰੇ ਫਿਰ ਸਾਡੇ ਉੱਤੇ ਇਹ ਫਿਰ ਪ੍ਰਭਾਵ ਨਹੀਂ ਪਾ ਪਾਉਂਦੀਆਂ। ਇਹ ਸਾਰੇ ਸਾਡੇ ਵੈਰੀ, ਇਹ ਸਾਡੇ ਨਸ਼ਟ ਹੋ ਜਾਂਦੇ ਨੇ। ਕਦੋਂ? ਜਦੋਂ ਸਾਡੇ ਮਨ ਦੇ ਅੰਦਰ ਪ੍ਰਭੂ ਦਾ ਨਾਮ, ਪ੍ਰਭੂ ਦੀ ਪ੍ਰੀਤ, ਇਹ ਜਦੋਂ ਸਾਡੇ ਅੰਦਰ ਵਸ ਜਾਂਦੀ ਹੈ। ਤੇ ਘਰ ਕੇ ਜਠੇਰੇ ਕੀ ਚੂਕੀ ਕਾਣ, ਜਦੋਂ ਪ੍ਰਭੂ ਸਾਡੇ ਮਨ ਦੇ ਅੰਦਰ ਵਸ ਜਾਂਦਾ, ਫਿਰ ਸਾਨੂੰ ਕਿਸੇ ਦਾ ਭੌ, ਸਾਨੂੰ ਕਿਸੇ ਦਾ ਡਰ ਨਹੀਂ ਰਹਿੰਦਾ। ਕਿਉਂ? ਕਿਉਂਕਿ ਸਾਨੂੰ ਪਤਾ ਹੈ ਕਿ ਚਾਰੋਂ ਪਾਸੇ ਸਾਡੀ ਰੱਖਿਆ ਕਰਨ ਵਾਸਤੇ ਕੌਣ ਹੈ? ਸਾਡਾ ਪਿਰ ਰੱਖਿਆ ਕੀਨੀ ਸੁਗੜ ਸੁਜਾਨ, ਕਿ ਸਾਡਾ ਜਿਹੜਾ ਪਰਮਾਤਮਾ, ਜਿਹੜਾ ਸਾਡਾ ਪਿਰ ਹੈ, ਉਹ ਸਾਡੀ ਹਰ ਇੱਕ ਜਗ੍ਹਾ ਸਾਡੀ ਰੱਖਿਆ ਕਰੇਗਾ, ਸਾਨੂੰ ਅਵਗਤ ਕਰਾਏਗਾ ਹਰ ਇੱਕ ਚੀਜ਼ ਤੋਂ ਕਿ ਅਸੀਂ ਸਾਰੀਆਂ ਚੀਜ਼ਾਂ ਕਿਸ ਤਰ੍ਹਾਂ ਕਰਨੀਆਂ ਨੇ। ਪ੍ਰਥਮੇ ਤਿਆਗੀ ਹਉਮੈ ਪ੍ਰੀਤ, ਬਾਣੀ 'ਚ ਕੀ ਲਿਖਿਆ ਹੈ ਕਿ ਜਦੋਂ ਅਸੀਂ ਪ੍ਰਭੂ ਦੇ ਨਾਲ ਪ੍ਰੀਤ ਕਰਦੇ ਹਾਂ ਤੇ ਪ੍ਰੀਤ, ਪਿਆਰ, ਇਹ ਹਉਮੈ, ਇਹ ਸਾਨੂੰ ਇਹ ਉਹ ਮਨੁੱਖ ਛੱਡ ਦਿੰਦਾ ਹੈ। ਉਹਦੇ ਵਾਸਤੇ ਹਉਮੈ ਛੱਡਣੀ, ਕਿਉਂਕਿ ਬਾਣੀ 'ਚ ਲਿਖਿਆ ਜੋ ਕਾਮ
क्रोध, लोभ, मोह, हंकार, ये जिहड़े 5 चीज़ां ने ना, ये जिहड़ा क्रोध है और जिहड़ा मोह है, ये बाकी 3 चीज़ां दे उत्ते ये उन्हां दी छाया है। किस तरह? जिस तरह अगर साडियां कोई कामनावां पूरीਆਂ नहीं ਹੁੰਦੀਆਂ ਤੇ ਸਾਨੂੰ क्रोध आ जाता है। और जो व्यक्ति साडियां कामनावां पूरीਆਂ ਕਰਨ 'ਚ ਸਾਡੀ सहायता करदा, ਸਾਨੂੰ ਉਹਦੇ ਤੇ मोह आ जाता। ये हो जाता काम, ਤੇ फिर हो जाता है काम, मोह, हंकार। जो हंकार जो ਤੇ ਸਾਨੂੰ अच्छा कह देगा ਉਹਦੇ ਤੇ ਸਾਨੂੰ मोह आ जाता है। जो ਸਾਨੂੰ बुरा कह ਦਿੰਦਾ ਉਹਦੇ ਤੇ ਸਾਨੂੰ क्रोध आ जाता है। ਇਹ ਜਿਹੜੀਆਂ ਬਾਕੀ ਜਿਹੜਾ क्रोध है और मोह है, ये बाकी दूसरिया चीज़ों के उत्ते ये निर्भर करता, उन्हां ते डिपेंडेंट हुंदा है। ते ये की सानू बाणी की कहती है कि प्रथमे त्यागी होमै प्रीति दे मन दे विच वाहिगुरु दी प्रीत वस जाती है। ओदे विच फिर होमै नहीं बचदी, अपने आप दी भी प्रीत नहीं बचदी। किस तरह? क्योंकि बाणी च लिखिया है, आप गवाइए तां सह पाइए, कि अपना आप गवा के ही परमात्मा नू असी परमात्मा की प्राप्ति कर सकते। गुरु अर्जन पातशाह जी का दरबार सजिया होया है, उत्थे संगतां आंदियां ने, बाणी सुनदियां ने, निहाल हुंदियां ने। रोज़ संगतां आंदियां ने, पातशाह दे बचन कमांदे ने, सेवा करदियां ने। और सेवा कर करके कई सिख ऐदां दे ने जिन्हां नूं कि पंचम पातशाह दी चरण पौहल प्राप्त हुंदी है। ते संगतां दे विच जिन्हां नूं चरण पौहल सतगुर दी प्राप्त हो जाती है, उन्हां दे जो सिख बन जाते ने, उन्हां दे ते फिर कहना कि उन्हां दे ते फिर चेहरे दा नूर ही कुछ होर हुंदा है, उन्हां दे अखां दी चमक ही कुछ होर हुंदी है, उन्हां दा सुभाव ही कुछ होर हुंदा है। क्यों? क्योंकि भगतां की चाल निराली। उन्हां दे सुभाव तो ही पता लग जाता है कि इन्हां ते प्रभु दी किरपा है। ते उत्थे संगतां दे विच एक जिग्यासू आंदा हुंदा सी। उन्हें आके सतगुरु दे अगे बेनती की कि पातशाह मैनू भी अपना सिख बना लो, मैनू भी अपने चरण पौहल बख्शो पातशाह। ते सतगुरु मुस्कुरा देंदे ने, कुछ नहीं कहते। अगले दिन फिर आंदा, फिर बेनती करदा, सतगुरु मैनू अपना सिख बना लो, मैनू अपने चरणा दी पौहल बख्शो सतगुरु। सतगुरु मुस्कुरा देंदे ने। कई दिन बीत जाते ने, सिख रोज़ आंदा, जिग्यासू रोज़ आंदा है, रोज़ बेनतियां करता है, पर सतगुरु रोज़ मुस्कुरा देंदे ने, कुछ नहीं कहते। एक दिन की हुंदा है, एक दिन वो आके सतगुरां दे चरण पकड़ लैंदा, कहंदा सतगुरु, और बिनतियां करदा है, सतगुरु मैनू अपना सिख बना लो, सतगुरु मैनू अपना सिख बना लो। सतगुरु कहंदे ने ठीक है, तानू मैं अपना सिख बनावांगा, पहला तेनू मेरा एक काम करना पेगा। सिख खुश हो जाता है कि सतगुरु ने मैनू काम किया। हाँ जी सतगुरु हुक्म करो। खुश हो जाता। कहते ने एक पिंड का नाम लैंदे ने, कहते उत्थे जाओ, उत्थे एक मेरा सिख हैगा, ते तुसी ओनू ये जाके ये मेरी पत्री दे आओ, मेरी चिट्ठी दे आओ। सतगुरु सत बचन वो चले जाते हैं, चिट्ठी लैके चले जाते हैं। जल्दी बड़े खुश होंगे ने कि सतगुरु ने मैनू मेरे नाल बचन ते कीते, मैनू कोई काम ते बोलिया। वो जाते ने, पुछाते हुए वो पिंड पहुँच जाते हैं। पिंड पहुँच के उत्थे पहुँच जाते हैं जिन्हों की चिट्ठी देनी सी, उहदा पता पुछ के उन्हां दे घर पहुँचते हैं। ते उत्थे जाके उन्हां नूं कहंदे ने कि पंचम पातशाह ने मैनू तुहाडे पास भेजिया। ऐना सुनते ही सिख ते उन्हां दे चरणां 'च उन्हां नूं प्रणाम करन लग पैंदे ने। कहंदे ने शुक्र है, शुक्र है, शुक्र है
ਪਾਤਸ਼ਾਹ ਨੇ ਆਪਣਾ ਸਿੱਖ ਭੇਜਿਆ ਹੈ, ਮੈਂ ਤੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਨਹੀਂ ਜਾ ਸਕਦਾ, ਕਿਉਂਕਿ ਪਾਤਸ਼ਾਹ ਨੇ ਮੈਨੂੰ ਸੇਵਾ ਇੱਥੇ ਬਖਸ਼ੀ ਹੋਈ ਹੈ। ਤੇ ਸ਼ੁਕਰ ਹੈ ਪਾਤਸ਼ਾਹ ਦਾ ਕਿ ਉਹਨਾਂ ਨੇ ਆਪਣਾ ਸਿੱਖ ਮੇਰੇ ਪਾਸ ਭੇਜਿਆ ਹੈ। ਤੇ ਉਹ ਉਹਨਾਂ ਦੇ ਪਾਤਸ਼ਾਹ ਜੋ ਉਹ ਜਿਗਿਆਸੂ ਆਂਦਾ ਪੱਤਰੀ ਲੈ ਕੇ, ਉਹਨਾਂ ਨੂੰ ਮੱਥਾ ਟੇਕਦੇ ਨੇ। ਤੇ ਫਿਰ ਮੱਥਾ ਟੇਕ ਕੇ ਕਹਿੰਦੇ ਨੇ ਕਿ ਹੁਣ ਤੁਸੀਂ ਦੱਸੋ ਪਾਤਸ਼ਾਹ ਨੇ ਆਪ ਜੀ ਨੂੰ ਮੇਰੇ ਪਾਸ ਕਿਉਂ ਭੇਜਿਆ। ਕਹਿੰਦੇ ਨੇ ਪੰਚਮ ਪਾਤਸ਼ਾਹ ਨੇ ਤੁਹਾਡੇ ਵਾਸਤੇ ਇੱਕ ਪੱਤਰੀ ਭੇਜੀ ਹੈ। ਤੇ ਕਹਿੰਦੇ ਮੇਰੇ ਵਾਸਤੇ ਪੱਤਰੀ ਭੇਜੀ ਹੈ। ਉਹ ਕਹਿੰਦੇ ਹਾਂ ਭਾਈ, ਤੇਰੇ ਵਾਸਤੇ ਹੀ ਪੱਤਰੀ ਭੇਜੀ ਹੈ। ਅੱਛਾ, ਤੇ ਫਿਰ ਮੈਨੂੰ ਜਲਦੀ ਜਲਦੀ ਪਾਤਸ਼ਾਹ ਦੀ ਪੱਤਰੀ ਦੇ ਦਿਓ। ਤੇ ਉਹ ਪੱਤਰੀ ਕੱਢਦੇ ਨੇ ਤੇ ਕਰ ਦਿੰਦੇ ਨਹੀਂ ਹੈ। ਕਹਿੰਦੇ ਨੇ ਕਿ ਇਹ ਪੱਤਰੀ ਦੇਣ ਤੋਂ ਪਹਿਲਾਂ ਤੁਹਾਨੂੰ ਇਹਦੀ ਦਰਸ਼ਨੀ ਭੇਟਾ 20 ਰੁਪਏ ਦੇਣੀ ਪਏਗੀ। ਔਰ ਉਹ ਸਿੱਖ ਦੀ ਇੰਨੀ ਫਾਈਨੈਂਸ਼ੀਅਲ ਹਾਲਤ ਇੰਨੀ ਠੀਕ ਨਹੀਂ ਹੁੰਦੀ, ਤੇ ਹੁਣ 20 ਰੁਪਏ ਦੇਣੇ ਨੇ। ਤੇ ਉਹ ਕਹਿੰਦੇ ਨੇ, ਖੁਸ਼ ਹੋ ਜਾਂਦੇ ਨੇ ਤੇ ਕਹਿੰਦੇ ਠੀਕ ਹੈ, ਕਹਿੰਦੇ ਤੁਸੀਂ ਇੱਥੇ ਬੈਠੋ, ਮੈਂ 20 ਰੁਪਏ ਦਾ ਪ੍ਰਬੰਧ ਕਰਕੇ ਆਉਂਦਾ। ਤੇ ਉਹ ਕੀ ਕਰਦੇ ਨੇ, ਘਰ ਦੇ ਭਾਂਡੇ, ਕੁਝ ਕੀਮਤੀ ਸਮਾਨ, ਕੁਝ ਚੀਜ਼ਾਂ ਚੁੱਕਦੇ ਨੇ ਘਰ ਦੀਆਂ, ਤੇ ਕਹਿੰਦੇ ਤੁਸੀਂ ਇੱਥੇ ਬੈਠੋ, ਮੈਂ ਹੁਣੇ 20 ਰੁਪਏ ਦਾ ਪ੍ਰਬੰਧ ਕਰਕੇ ਆਇਆ। ਤੇ ਉਹ ਚਲੇ ਜਾਂਦੇ ਨੇ। ਔਰ ਇਹ ਜੋ ਜਿਗਿਆਸੂ ਨੇ, ਜੋ ਪੱਤਰੀ ਲੈ ਕੇ ਆਏ ਹੁੰਦੇ ਨੇ, ਇਹਨਾਂ ਦੇ ਮਨ 'ਚ ਪ੍ਰਸ਼ਨ ਉੱਠਣ ਲੱਗ ਪੈਂਦੇ ਨੇ। ਕਹਿੰਦੇ ਨੇ ਸਤਿਗੁਰੂ ਤੇ ਕਹਿੰਦੇ ਸੀ ਕਿ ਇਹ ਮੇਰਾ ਬੜਾ ਪਿਆਰਾ ਸਿੱਖ ਹੈ, ਤੇ ਫਿਰ ਸਤਿਗੁਰੂ ਨੂੰ ਇਹਨਾਂ ਦੀ ਹਾਲਤ ਪਤਾ ਹੋਏਗੀ, ਤੇ ਫਿਰ ਵੀ ਸਤਿਗੁਰੂ ਨੇ ਕਿਹਾ ਹੈ ਕਿ ਦਰਸ਼ਨੀ ਭੇਟਾ 20 ਰੁਪਏ ਇਹਨਾਂ ਕੋਲ ਲੈਣੀ ਹੈ। ਤੇ ਇਹ ਸਤਿਗੁਰੂ ਉਹਦੇ ਮਨ 'ਚ ਪ੍ਰਸ਼ਨ ਉੱਠਣ ਲੱਗ ਪੈਂਦੇ ਨੇ। ਕਿੰਤੂ ਪਰੰਤੂ ਉਹ ਵੀ ਗੁਰੂ ਵਾਸਤੇ, ਉਹ ਵੀ ਪੰਚਮ ਪਾਤਸ਼ਾਹ ਵਾਸਤੇ। ਤੇ ਸੋਚਦੇ ਰਹਿੰਦੇ ਨੇ। ਤੇ ਉਹ ਫਿਰ ਜਾਂਦੇ ਨੇ, ਆਪਣੇ ਭਾਂਡੇ ਟੀਂਡੇ ਘਰ ਦੇ ਸਮਾਨ ਵੇਚ ਕੇ ਆ ਜਾਂਦੇ ਨੇ। ਔਰ ਉਹਨਾਂ ਨੂੰ ਕਹਿੰਦੇ ਨੇ ਆ ਲਓ ਤੁਸੀਂ 20 ਰੁਪਏ, ਹੁਣ ਤੁਸੀਂ ਮੈਨੂੰ ਪੱਤਰੀ ਦਿਓ। ਉਹ ਜਿਸ ਤਰ੍ਹਾਂ ਹੀ ਪੱਤਰੀ ਪਕੜਾਉਂਦੇ ਨੇ, ਪਹਿਲਾਂ ਤੇ ਉਹ ਪੱਤਰੀ ਨੂੰ ਮੱਥਾ ਟੇਕਦੇ ਨੇ। ਕਿਉਂ? ਕਿਉਂਕਿ ਉਹ ਗੁਰੂ ਦੀ, ਪੰਚਮ ਪਾਤਸ਼ਾਹ ਦੇ ਹੱਥ ਦੀ ਲਿਖਤ ਹੁੰਦੀ ਹੈ। ਹੁਣ ਅਸੀਂ ਵੀ ਸੰਗਤ ਜੀ ਦੇਖਦੇ ਹਾਂ, ਜਿੱਥੇ ਗੁਰੂਆਂ ਦੇ ਹੱਥ ਦੀ ਲਿਖਤ ਸਾਨੂੰ ਬਾਣੀ ਮਿਲਦੀ ਹੈ, ਸਾਨੂੰ ਕੁਝ ਵੀ ਉਹਨਾਂ ਦੇ ਪਾਤਸ਼ਾਹ ਦਾ, ਗੁਰੂਆਂ ਦੇ ਲਿਖਤ ਮਿਲਦੀ ਹੈ ਹੱਥ ਦੀ, ਅਸੀਂ ਉਹਨਾਂ ਨੂੰ ਨਤਮਸਤਕ ਹੁੰਦੇ ਹਾਂ, ਅਸੀਂ ਉਹਨਾਂ ਨੂੰ ਮੱਥਾ ਟੇਕਦੇ ਹਾਂ। ਤੇ ਉਹ ਸਿੱਖ ਵੀ ਪਹਿਲਾਂ ਬੜਾ ਖੁਸ਼ ਹੋ ਕੇ ਉਹਨਾਂ ਨੂੰ ਮਦਦ ਚਿੱਠੀ ਨੂੰ ਮੱਥਾ ਟੇਕਦਾ ਹੈ, ਕਦੀ ਸੀਨੇ ਨਾਲ ਲਗਾਉਂਦਾ ਹੈ, ਕਦੀ ਅੱਖਾਂ ਨੂੰ ਲਗਾਉਂਦਾ ਹੈ, ਕਦੀ ਮੱਥੇ ਨੂੰ ਲਗਾਉਂਦਾ ਹੈ, ਕਦੀ ਸਿਰ ਦੇ ਉੱਤੇ ਰੱਖਦਾ ਹੈ। ਚਾਅ ਚੜਿਆ ਹੁੰਦਾ ਹੈ ਕਿ ਸਤਿਗੁਰੂ ਨੇ ਉਹਦੇ ਵਾਸਤੇ ਚਿੱਠੀ ਭੇਜੀ ਹੈ। ਫਿਰ ਉਹ ਚਿੱਠੀ ਜਦੋਂ ਖੋਲ੍ਹਦਾ ਹੈ, ਫਿਰ ਉੱਚੀ ਉੱਚੀ ਪੜ੍ਹਦਾ ਹੈ। ਤੇ ਉਹਦੇ 'ਚ ਕੀ ਲਿਖਿਆ ਹੁੰਦਾ ਹੈ ਕਿ ਅੰਮ੍ਰਿਤਸਰ ਦੀ ਕਾਰ ਸੇਵਾ ਚੱਲ ਰਹੀ ਹੈ, ਤੇ ਤੁਸੀਂ ਆਪਣੀ ਸੇਵਾ 500 ਰੁਪਏ ਇਸ ਸਿੱਖ ਦੇ ਹੱਥ ਭੇਜਣੀ ਹੈ। ਤੇ ਉਹ ਉੱਚੀ ਉੱਚੀ ਪੜ੍ਹ ਰਹੇ ਹੁੰਦੇ ਨੇ। ਔਰ ਜੋ ਪੱਤਰੀ ਲੈ ਕੇ ਆਇਆ ਹੁੰਦਾ ਹੈ, ਉਹਦੇ ਮਨ 'ਚ ਫਿਰ ਸ਼ੰਕਾ, ਫਿਰ ਪ੍ਰਸ਼ਨ ਉੱਠਣੇ ਸ਼ੁਰੂ ਹੋ ਜਾਂਦੇ ਨੇ ਕਿ ਸਤਿਗੁਰੂ ਤੇ ਜਾਣੀ ਜਾਣ ਨੇ, ਉਹ ਤੇ ਆਪਣੇ ਸਿੱਖ ਦੀ ਹਾਲਤ ਜਾਣਦੇ ਨੇ। 20 ਰੁਪਏ ਇਹਨੇ ਆਪਣੇ ਘਰ ਦੇ ਭਾਂਡੇ ਵੇਚ ਕੇ ਦਿੱਤੇ ਨੇ, ਤੇ ਹੁਣ ਇਹ 500 ਰੁਪਏ ਇਹ ਕਿੱਥੋਂ ਦੇਗਾ। ਔਰ ਜਿਸ ਸਿੱਖ ਜਿਹੜਾ ਪੜ੍ਹਦਾ ਉਹਨੂੰ ਚਾਅ ਚੜ ਜਾਂਦਾ। ਕਹਿੰਦੇ ਨੇ ਸ਼ੁਕਰ ਹੈ, ਸ਼ੁਕਰ ਹੈ, ਸ਼ੁਕਰ ਹੈ ਪਾਤਸ਼ਾਹ, ਤੁਸੀਂ ਆਪਣੇ ਦਾਸ ਨੂੰ ਯਾਦ ਕੀਤਾ, ਤੁਸੀਂ ਆਪਣੇ ਦਾਸ ਨੂੰ ਸੇਵਾ ਬਖਸ਼ੀ। ਸ਼ੁਕਰ ਹੈ, ਸ਼ੁਕਰ ਹੈ, ਅਸ਼ੁਕਰ ਹੈ, ਸ਼ੁਕਰ ਹੈ ਕਹੀ ਜਾ ਰਿਹਾ। ਤੇ ਇਹ ਕਹਿੰਦਾ ਹੈ, ਜੋ ਪੱਤਰੀ ਲੈ ਕੇ ਆਂਦਾ ਹੈ, ਇਹ ਕਹਿੰਦਾ ਹੈ, ਜਿਗਿਆਸੂ ਕਹਿੰਦਾ ਹੈ, ਕਹਿੰਦੇ 20 ਰੁਪਏ ਤੇ ਤੁਸੀਂ ਆਪਣੇ ਭਾਂਡੇ ਵੇਚ ਕੇ ਕੀਤੇ ਨੇ ਪ੍ਰਬੰਧ, ਤੇ ਤੁਸੀਂ 500 ਰੁਪਏ ਕਿੱਥੋਂ ਲਿਆਓਗੇ। ਤੇ ਇਹ ਸਿੱਖ ਕਹਿੰਦੇ ਨੇ ਸਤਿਗੁਰੂ ਨੇ ਜੇ ਮੈਨੂੰ ਸੇਵਾ ਬਖਸ਼ੀ ਹੈ, ਤੇ ਉਹਨਾਂ ਨੇ ਫਿਰ ਸੇਵਾ ਦਾ ਪ੍ਰਬੰਧ ਵੀ ਪਹਿਲਾਂ ਹੀ ਕੀਤਾ ਹੋਏਗਾ। ਔਰ ਇਹ ਕਹਿ ਕੇ ਸ਼ੁਕਰ ਹੈ, ਸ਼ੁਕਰ ਹੈ, ਸ਼ੁਕਰਾਨਾ ਕਰੀ ਜਾ ਰਹੇ ਨੇ। ਮੇਰੇ ਸਤਿਗੁਰੂ ਦੀ ਮਹਿਮਾ ਤੁਸੀਂ ਨਹੀਂ ਜਾਣਦੇ, ਮੇਰੇ ਸਤਿਗੁਰੂ ਦੀ ਦਿਆਲਤਾ ਤੁਸੀਂ ਨਹੀਂ ਜਾਣਦੇ, ਮੇਰੇ ਸਤਿਗੁਰੂ ਬੜੇ ਸਮਰਥ ਨੇ, ਮੇਰੇ ਸਤਿਗੁਰੂ ਦੀ ਮਹਿਮਾ ਤੁਸੀਂ ਨਹੀਂ ਜਾਣਦੇ। ਮੇਰੇ ਪਾਤਸ਼ਾਹ ਨੇ ਜੇ ਮੈਨੂੰ ਸੇਵਾ ਬਖਸ਼ੀ ਹੈ, ਤੇ ਉਹਨਾਂ ਨੇ ਮੇਰੀ ਸੇਵਾ ਸੰਪੂਰਨ ਕਰਨ ਦਾ ਉਹਨਾਂ ਨੇ ਪਹਿਲਾਂ ਹੀ ਪ੍ਰਬੰਧ ਕੀਤਾ ਹੋਏਗਾ। ਔਰ ਇਹ ਕਹਿੰਦੇ ਹੀ
ਬਸ ਜੀ ਉਹ ਘਰ ਤੋਂ ਤੁਰ ਪੈਂਦੇ ਨੇ। ਕਹਿੰਦੇ ਤੁਸੀਂ ਇੱਥੇ ਬੈਠੋ, ਮੈਂ ਪ੍ਰਬੰਧ ਕਰਕੇ ਆਇਆ। ਜਿਸ ਤਰ੍ਹਾਂ ਹੀ ਉਹ ਘਰ ਤੋਂ ਬਾਹਰ ਨਿਕਲਦੇ ਨੇ ਤੇ ਉੱਥੇ ਕੋਈ ਇੱਕ ਆਦਮੀ, ਇੱਕ ਮਨੁੱਖ ਪੀਪਾ ਵਜਾ ਰਿਹਾ ਹੁੰਦਾ ਹੈ ਔਰ ਜ਼ੋਰ ਜ਼ੋਰ ਦੀ ਬੋਲ ਰਿਹਾ ਹੁੰਦਾ ਹੈ, ਸੁਨੋ ਸੁਨੋ ਸੁਨੋ। ਤੇ ਪਿੰਡ ਦੇ ਵਿੱਚ ਇੱਕ ਪਹਿਲਵਾਨ ਆਇਆ ਹੋਇਆ ਹੈ, ਪਹਿਲਵਾਨ ਮਸਕੀਨੀਆ। ਜੋ ਵੀ ਉਸ ਦੇ ਨਾਲ ਕੁਸ਼ਤੀ ਕਰੇਗਾ ਉਹਨੂੰ 1000 ਰੁਪਏ ਇਨਾਮ ਦਾ ਮਿਲੇਗਾ, ਔਰ ਜੋ ਉਸ ਤੋਂ ਹਾਰ ਵੀ ਜਾਏਗਾ ਇਨਾਮ ਉਹਨੂੰ ਵੀ ਮਿਲੇਗਾ 500 ਰੁਪਏ। ਖੁਸ਼ ਹੋ ਜਾਂਦਾ ਹੈ ਔਰ ਉਸੇ ਪੈਰਾਂ ਦੇ ਨਾਲ ਵਾਪਸ ਆ ਜਾਂਦਾ ਹੈ, ਉਸੇ ਪੈਰਾਂ ਦੇ ਨਾਲ ਸਿੱਖ ਵਾਪਸ ਆ ਜਾਂਦਾ। ਤੇ ਉਹ ਜਿਹੜੇ ਜਿਗਿਆਸੂ ਸੀ ਉਹ ਬੜੇ ਹੈਰਾਨ, ਕਹਿੰਦੇ ਹੁਣੇ ਤੇ ਤੁਸੀਂ ਬਾਹਰ ਗਏ ਸੀ ਔਰ ਹੁਣੇ ਤੁਸੀਂ ਪੁੱਠੇ ਪੈਰੀ ਵਾਪਸ ਆਏ, ਕੀ ਹੋ ਗਿਆ? ਉਹ ਕਹਿੰਦੇ ਮੈਂ ਤੇ ਤੁਹਾਨੂੰ ਕਹਿੰਦਾ ਸੀ, ਮੇਰੇ ਸਤਿਗੁਰਾਂ ਨੇ ਮੇਰੀ ਸੇਵਾ ਦਾ ਪ੍ਰਬੰਧ ਪਹਿਲਾਂ ਕਰਕੇ ਹੀ ਭੇਜਿਆ ਹੈ। ਉਹ ਕਹਿੰਦੇ ਕੀ ਹੋਇਆ? ਕਹਿੰਦੇ ਉਹ ਫਿਰ ਦੱਸਦੇ ਨੇ, ਕਹਿੰਦੇ ਮਸਕੀਨੀਆ ਪਹਿਲਵਾਨ ਇੱਥੇ ਆਇਆ ਹੋਇਆ ਹੈ, ਉਹਦੇ ਨਾਲ ਕੁਸ਼ਤੀ ਹੈ, ਜੋ ਵੀ ਉਹਦੇ ਨਾਲ ਕੁਸ਼ਤੀ ਕਰੇਗਾ ਜਿੱਤਣ ਵਾਲੇ ਨੂੰ 1000 ਮਿਲੇਗਾ, ਪਰ ਮੈਨੂੰ ਪਤਾ ਹੈ ਮੈਂ ਤੇ ਹਾਰਨਾ, ਤੇ ਇਸ ਲਈ ਮੇਰੀ ਸੇਵਾ ਤੇ ਪੱਕੀ ਹੋਗੀ, ਮੈਨੂੰ ਤੇ 500 ਰੁਪਏ ਮਿਲਣਗੇ ਤੇ ਤੁਸੀਂ ਉਹ ਜਾ ਕੇ ਮੇਰੇ ਗੁਰੂ ਦੇ ਚਰਨਾਂ ਦੇ ਵਿੱਚ ਮੇਰੀ ਭੇਟਾ ਤੁਸੀਂ ਅਰਪਣ ਕਰ ਦਿਓ। ਇਹ ਹੈਰਾਨ, ਕਹਿੰਦੇ ਐਦਾਂ ਦੇ ਸਿੱਖ ਹੁੰਦੇ ਨੇ, ਐਦਾਂ ਦੇ ਸਿੱਖ ਹੁੰਦੇ ਨੇ, ਇੰਨਾ ਭਰੋਸਾ ਆਪਣੇ ਗੁਰੂ ਤੇ, ਇੰਨਾ ਪ੍ਰੇਮ ਆਪਣੇ ਗੁਰੂ ਦੇ ਨਾਲ। ਤੇ ਉਹ ਕਹਿੰਦੇ ਨੇ, ਕਹਿੰਦੇ ਠੀਕ ਹੈ। ਉਹ ਕਹਿੰਦੇ ਤੁਸੀਂ ਮੇਰੇ ਨਾਲ ਚੱਲਿਓ। ਜੇ ਮੈਨੂੰ ਉਹਨਾਂ ਨੂੰ ਪਤਾ ਸੀ ਕਿ ਹਾਰਨ ਵਾਲੇ ਨੂੰ 500 ਰੁਪਏ ਇਨਾਮ ਕਿਉਂ ਰੱਖਿਆ ਸੀ? ਇਸ ਲਈ ਰੱਖਿਆ ਸੀ ਕਿਉਂਕਿ ਜਿਹੜਾ ਮਸਕੀਨੀਆ ਪਹਿਲਵਾਨ ਸੀ ਇਹਦੇ ਤੋਂ ਕੋਈ ਜਿੱਤ ਨਹੀਂ ਪਾਇਆ ਸੀ, ਬਹੁਤ ਬਲਸ਼ਾਲੀ ਸੀ, ਸ਼ਕਤੀਸ਼ਾਲੀ ਸੀ, ਔਰ ਇਹ ਕੁਸ਼ਤੀ ਦੇ ਵਿੱਚ ਅਗਲੇ ਬੰਦੇ ਨੂੰ ਮਾਰ ਕੇ ਅਧਮਰਾ ਕਰ ਦਿੰਦਾ ਸੀ, ਔਰ ਇੰਨਾ ਕੁੱਟਦਾ ਸੀ ਕਿ ਉਹਦੀ ਮਰਨ ਦੀ ਹਾਲਤ ਹੋ ਜਾਂਦੀ ਸੀ। ਤੇ ਇਹ ਸਿੱਖ ਕਹਿੰਦਾ ਹੈ ਕਿ ਅਗਰ ਮੈਂ ਮਰ ਵੀ ਗਿਆ ਤੇ ਤੁਸੀਂ ਮੇਰੀ ਭੇਟਾ, ਮੇਰੀ ਸੇਵਾ ਸਤਿਗੁਰੂ ਦੇ ਚਰਨਾਂ ਤੱਕ ਪਹੁੰਚਣੀ ਚਾਹੀਦੀ ਹੈ, ਇਸ ਲਈ ਤੁਸੀਂ ਵੀ ਮੇਰੇ ਨਾਲ ਚੱਲਿਓ। ਜਿਗਿਆਸੂ ਦੇ ਮਨ ਉਹਨੂੰ ਆਪਣੇ ਆਪ ਤੇ ਸ਼ਰਮਿੰਦਗੀ ਹੋਣ ਲੱਗ ਪੈਂਦੀ ਹੈ ਕਿ ਮੇਰੇ ਮਨ 'ਚ ਸਤਿਗੁਰਾਂ ਵਾਸਤੇ ਇੰਨੀ ਸ਼ੰਕਾ, ਸਤਿਗੁਰਾਂ ਵਾਸਤੇ ਇੰਨਾ ਕਿੰਤੂ ਪਰੰਤੂ, ਸਤਿਗੁਰਾਂ ਵਾਸਤੇ ਇੰਨੇ ਪ੍ਰਸ਼ਨ ਮੇਰੇ ਮਨ 'ਚ ਉੱਠ ਰਹੇ ਸੀ। ਐਦਾਂ ਦੇ ਹੁੰਦੇ ਨੇ ਸਿੱਖ ਜਿਨ੍ਹਾਂ ਨੂੰ ਆਪਣੇ ਗੁਰੂਆਂ ਤੇ ਇੰਨਾ ਭਰੋਸਾ, ਐਦਾਂ ਦੇ ਹੁੰਦੇ ਨੇ ਸਿੱਖ ਜਿਨ੍ਹਾਂ ਨੇ ਆਪਣੇ ਜਾਨ ਦੀ ਪਰਵਾਹ ਨਹੀਂ ਕਰਦੇ ਸਤਿਗੁਰੂ ਦਾ ਇੱਕ ਬਚਨ ਕਮਾਉਣ ਵਾਸਤੇ। ਐਦਾਂ ਦੇ ਹੁੰਦੇ ਨੇ ਸਿੱਖ ਜੋ ਕਿ ਆਪਣੀ ਸੇਵਾ ਨਿਭਾਉਣ ਵਾਸਤੇ ਮਰਨ ਮਿਟਣ ਨੂੰ ਤਿਆਰ ਹੋ ਜਾਂਦੇ ਨੇ। ਫਿਰ ਉਹਨੂੰ ਸਮਝ ਆਉਂਦਾ, ਕਹਿੰਦੇ ਇਸੇ ਲਈ ਮੈਨੂੰ ਸਤਿਗੁਰੂ ਨੇ ਆਪਣੀ ਚਰਨ ਪਹੁਲ ਨਹੀਂ ਦਿੱਤੀ। ਅਗਲਾ ਦਿਨ ਹੁੰਦਾ ਹੈ, ਅਗਲਾ ਦਿਨ ਚੱਲਦੇ ਨੇ, ਉਹ ਕੁਸ਼ਤੀ ਵਾਲੀ ਜਗ੍ਹਾ ਜਾਂਦੇ ਨੇ। ਜਦੋਂ ਜਾ ਰਹੇ ਹੁੰਦੇ ਨੇ ਕੁਸ਼ਤੀ ਵਾਲੀ ਜਗ੍ਹਾ, ਚਾਹ ਚੜਿਆ ਹੁੰਦਾ ਹੈ ਸਿੱਖ ਨੂੰ, ਚਾਹ ਚੜਿਆ ਹੁੰਦਾ ਹੈ, ਸ਼ੁਕਰ ਮਨਾਈ ਜਾ ਰਿਹਾ ਹੈ ਪਾਤਸ਼ਾਹ ਦਾ, ਸਤਿਗੁਰਾਂ ਦਾ ਸ਼ੁਕਰ ਮਨਾਈ ਜਾ ਰਿਹਾ। ਮੂੰਹ ਸੁੱਕਿਆ ਹੁੰਦਾ ਹੈ ਕਿਉਂਕਿ ਖੁਸ਼ੀ ਦੇ ਵਿੱਚ ਨਾ ਕੁਝ ਖਾਧਾ ਹੁੰਦਾ, ਨਾ ਪਾਣੀ ਪੀਤਾ ਹੁੰਦਾ ਹੈ। ਤੇ ਜਦੋਂ ਜਾਂਦੇ ਨੇ ਤੇ ਉੱਥੇ ਮੈਦਾਨ 'ਚ ਪਹੁੰਚਣ ਤੋਂ ਪਹਿਲਾਂ ਪਿੰਡ ਦਾ ਖੂਹ ਹੁੰਦਾ ਹੈ, ਤੇ ਉਹਨੂੰ ਕਹਿੰਦਾ ਹੈ ਸਿੱਖ ਨੂੰ ਕਿ ਚੱਲ ਕੁਸ਼ਤੀ ਲੜਨ ਤੋਂ ਪਹਿਲਾਂ ਇੱਥੇ ਪਿੰਡ ਦਾ ਖੂਹ ਹੈਗਾ, ਚੱਲ ਥੋੜਾ ਪਾਣੀ ਪੀ ਲਈਏ, ਮੇਰਾ ਗਲਾ ਸੁੱਕ ਰਿਹਾ। ਤੇ ਉਹ ਕਹਿੰਦਾ ਠੀਕ ਹੈ। ਉਹ ਜਲਦੀ ਜਾਂਦਾ ਹੈ ਤੇ ਖੂਹ ਦੇ ਉੱਤੇ ਉਦੋਂ ਉਸ ਟਾਈਮ ਦੇ ਵਿੱਚ ਕੀ ਹੁੰਦਾ ਸੀ ਕਿ ਇੱਕ ਪਿੰਡ ਦੇ ਵਿੱਚ ਇੱਕ ਖੂਹ ਹੁੰਦਾ ਸੀ, ਔਰ ਕਈ ਵਾਰੀ ਕਿੰਨੇ ਪਿੰਡਾਂ ਦਾ ਇੱਕੋ ਹੀ ਖੂਹ ਹੁੰਦਾ ਸੀ, ਤੇ ਖੂਹ ਦੇ ਉੱਤੇ ਭੀੜ ਲੱਗੀ ਹੁੰਦੀ ਹੈ। ਤੇ ਇਹ ਸਿੱਖ ਜਾਂਦਾ ਹੈ ਔਰ ਕਹਿੰਦਾ ਪਿੱਛੇ ਹੋ ਜਾਓ, ਪਹਿਲਾਂ ਮੈਨੂੰ ਪਾਣੀ ਪੀ ਲੈਣ ਦਿਓ। ਉਹਦੇ ਵਿੱਚ ਇੱਕ ਮਨੁੱਖ ਕਹਿੰਦਾ ਕੀ ਗੱਲ, ਤੈਨੂੰ ਜ਼ਿਆਦਾ ਕਾਹਲੀ ਹੈ? ਇਹ ਸਿੱਖ ਕਹਿੰਦਾ ਹਾਂ ਮੈਨੂੰ ਬਹੁਤ ਕਾਹਲੀ ਹੈ, ਮੈਨੂੰ ਪਹਿਲਾਂ ਪਾਣੀ ਪੀ ਲੈਣ ਦਿਓ।
ਤੇ ਉਹ ਮਨੁੱਖ ਕਹਿੰਦਾ ਹੈ, ਕਹਿੰਦਾ ਬਈ ਭਾਈ ਦੱਸ ਤੇ ਸਹੀ, ਤੈਨੂੰ ਕਿਸ ਗੱਲ ਦੀ ਕਾਹਲੀ ਹੈ? ਤੈਨੂੰ ਕਿਉਂ ਪਹਿਲਾਂ ਪਾਣੀ ਪੀਣ ਦਈ ਹੈ? ਤੇ ਇਹ ਗੁਰੂ ਦਾ ਸਿੱਖ ਕਹਿੰਦਾ ਹੈ ਕਿ ਭਾਈ ਮੈਨੂੰ ਪਾਣੀ ਪਹਿਲਾਂ ਪੀ ਲੈਣ ਦਿਓ, ਕਿਉਂਕਿ ਮੈਂ ਮਸਕੀਨੀਆਂ ਪਹਿਲਵਾਨ ਦੇ ਨਾਲ ਕੁਸ਼ਤੀ ਕਰਨ ਵਾਸਤੇ ਜਾਣਾ ਹੈ, ਤੇ ਮੈਨੂੰ ਪਹਿਲਾਂ ਪਾਣੀ ਪੀ ਲੈਣ ਦਿਓ। ਤੇ ਉਹ ਫਿਰ ਮਨੁੱਖ ਪੁੱਛਦਾ ਹੈ, ਕਹਿੰਦਾ ਤੂੰ ਮਸਕੀਨੀਆਂ ਦੇ ਨਾਲ ਪਹਿਲਵਾਨ ਦੇ ਨਾਲ ਕੁਸ਼ਤੀ ਕਰਨੀ ਹੈ? ਕਹਿੰਦੇ ਹਾਂ ਮੈਂ ਕਰਨੀ ਹੈ। ਕਹਿੰਦੇ ਤੂੰ ਕਦੀ ਮਸਕੀਨੀਆਂ ਪਹਿਲਵਾਨ ਨੂੰ ਮਿਲਿਆ ਹੈ, ਦੇਖਿਆ ਹੈ? ਕਹਿੰਦਾ ਜੀ ਨਹੀਂ, ਨਾ ਮੈਂ ਉਹਨੂੰ ਕਦੀ ਦੇਖਿਆ ਨਹੀਂ, ਮੈਂ ਉਹਦੇ ਨੂੰ ਕਦੀ ਮਿਲਿਆ ਨਹੀਂ। ਤੇ ਕਹਿੰਦੇ ਤੇ ਫਿਰ ਤੂੰ ਉਹਦੇ ਬਾਰੇ ਕਿਆ ਤੂੰ ਕੁਝ ਸੁਣਿਆ ਹੈ? ਕਹਿੰਦੇ ਹਾਂ ਮੈਂ ਉਹਦੇ ਬਾਰੇ ਬਹੁਤ ਕੁਝ ਸੁਣਿਆ ਹੈ ਕਿ ਬਹੁਤ ਬਲਸ਼ਾਲੀ ਹੈ, ਬਹੁਤ ਤਾਕਤ ਵਾਲਾ ਹੈ, ਔਰ ਉਹਦੇ ਨਾਲ ਕੋਈ ਕੁਸ਼ਤੀ ਨਹੀਂ ਕਰਦਾ ਕਿਉਂਕਿ ਉਹਦੇ ਨਾਲ ਕੋਈ ਜਿੱਤ ਨਹੀਂ ਸਕਦਾ, ਤੇ ਅਗਲੇ ਬੰਦੇ ਨੂੰ ਉਹ ਮਾਰ ਕੇ ਮਾਰ ਸੁੱਟਦਾ ਹੈ। ਤੇ ਕਹਿੰਦੇ ਤੂੰ ਪਹਿਲਾਂ ਕਦੀ ਕੁਸ਼ਤੀ ਕੀਤੀ ਹੈ? ਕਹਿੰਦੇ ਜੀ ਨਹੀਂ, ਮੈਂ ਕਦੀ ਕਿਸੇ ਨਾਲ ਕੁਸ਼ਤੀ ਨਹੀਂ ਕੀਤੀ। ਤੇ ਕਹਿੰਦੇ ਜੇ ਤੂੰ ਪਹਿਲਾਂ ਕਿਸੇ ਨਾਲ ਕੁਸ਼ਤੀ ਨਹੀਂ ਕੀਤੀ, ਮਸਕੀਨੀਆਂ ਪਹਿਲਵਾਨ ਦੇ ਨਾਲ ਕੋਈ ਜਿੱਤ ਨਹੀਂ ਪਾਉਂਦਾ, ਤੇ ਤੂੰ ਮਰਨ ਵਾਸਤੇ ਕਿਉਂ ਆ ਗਿਆ? ਫਿਰ ਉਹ ਕਹਿੰਦਾ ਭਾਈ ਮੈਂ ਆਪਣੇ ਗੁਰੂ ਦਾ ਬਚਨ ਕਮਾਣਾ, ਮੈਂ ਆਪਣੇ ਗੁਰੂ ਨੂੰ, ਮੇਰੇ ਗੁਰੂ ਨੇ ਮੈਨੂੰ ਇੱਕ ਸੇਵਾ ਬਖਸ਼ੀ ਹੈ, ਮੈਂ ਹਰ ਹਾਲਤ ਵਿੱਚ ਉਹ ਸੇਵਾ ਨਿਭਾਉਣਾ ਚਾਹੁੰਦਾ। ਮੇਰੇ ਗੁਰੂ ਨੇ ਆਪਣੇ ਇਸ ਦਾਸ ਨੂੰ ਇੱਕ ਸੇਵਾ ਬਖਸ਼ੀ ਹੈ, ਤੇ ਮੈਂ ਚਾਹੁੰਦਾ ਹਾਂ ਕਿ ਉਹ ਮੇਰੀ ਸੇਵਾ ਹਰ ਹਾਲਤ ਵਿੱਚ, ਚਾਹੇ ਮੇਰੀ ਜਾਨ ਚਲੀ ਜਾਏ, ਚਾਹੇ ਕੁਝ ਵੀ ਹੋ ਜਾਏ, ਇਹ ਮੇਰੀ ਸੇਵਾ ਮੇਰੇ ਗੁਰੂ ਤੱਕ ਪਹੁੰਚਣੀ ਚਾਹੀਦੀ ਹੈ। ਤੇ ਉਹ ਮਨੁੱਖ ਕਹਿੰਦਾ ਹੈ, ਜੋ ਇਹਦੇ ਕੋਲ ਪੁੱਛ ਰਿਹਾ ਹੁੰਦਾ ਹੈ, ਕਹਿੰਦਾ ਤੈਨੂੰ ਪਤਾ ਮੈਂ ਕੌਣ ਆ? ਕਹਿੰਦਾ ਨਹੀਂ ਮੈਨੂੰ ਤੇ ਨਹੀਂ ਪਤਾ ਤੁਸੀਂ ਕੌਣ ਹੋ। ਕਹਿੰਦੇ ਮੈਂ ਮਸਕੀਨੀਆਂ ਪਹਿਲਵਾਨ ਆ। ਕਹਿੰਦੇ ਅੱਛਾ। ਤੇ ਕਹਿੰਦੇ ਤੇਰਾ ਪ੍ਰੇਮ ਤੇਰੇ ਗੁਰੂ ਵਾਸਤੇ ਦੇਖ ਕੇ ਅੱਜ ਮੇਰੇ ਦਿਲ 'ਚ ਆਂਦਾ ਹੈ ਕਿ ਮੈਂ ਤੇਰੇ ਤੋਂ ਹਾਰ ਜਾਵਾਂ। ਅੱਜ ਮੇਰਾ ਦਿਲ ਕਰਦਾ ਹੈ ਕਿ ਮੈਂ ਤੇਰੀ ਸੇਵਾ ਨਿਭਾਉਣ ਪਿੱਛੇ ਮੈਂ ਤੇਰੇ ਤੋਂ ਹਾਰ ਜਾਵਾਂ। ਤੇ ਐਦਾਂ ਕਰਦੇ ਆ ਅਸੀਂ ਦੋਨੋਂ ਚੱਲਦੇ, ਜਦੋਂ ਇਹ ਉਹਨਾਂ ਦੀ ਆਪਸ 'ਚ ਗੱਲ ਹੋ ਰਹੀ ਹੁੰਦੀ ਹੈ, ਤੇ ਇਹ ਜਿਹੜਾ ਜਿਗਿਆਸੂ ਹੁੰਦਾ ਹੈ, ਇਹ ਕਹਿੰਦਾ ਹੈ ਇਹ ਸਿੱਖ ਦਾ ਭਰੋਸਾ, ਔਰ ਇਹ ਪਾਤਸ਼ਾਹ ਦੀ ਇਹਨਾਂ ਦੇ ਉੱਤੇ ਕਿਰਪਾ, ਉਹ ਇਹ ਵੇਖ ਰਿਹਾ ਸੀ ਕਿ ਇਹ ਸਿੱਖ ਦਾ ਪ੍ਰੇਮ, ਇਹ ਸਿੱਖ ਦਾ ਆਪਣੇ ਗੁਰੂ ਤੇ ਭਰੋਸਾ। ਕੀ ਭਰੋਸਾ? ਇਹੀ ਭਰੋਸਾ ਕਿ ਕਿ ਗੁਰੂ ਸਾਡਾ ਸਮਰਥ ਹੈ, ਗੁਰੂ ਸਾਡਾ ਬਹੁਤ ਦਿਆਲੂ ਹੈ। ਅਗਰ ਗੁਰੂ ਸਾਨੂੰ ਕੋਈ ਸੇਵਾ ਬਖਸ਼ਦਾ ਹੈ ਤੇ ਗੁਰੂ ਉਹ ਆਪਣੀ ਸੇਵਾ ਆਪੇ ਕਰਾ ਵੀ ਲੈਂਦਾ ਹੈ। ਤੇ ਇਹਦੇ ਥੱਲੇ ਇਹ ਕਹਿੰਦਾ ਹੈ ਕਿ ਇਸ ਤਰ੍ਹਾਂ ਦੇ ਗੁਰੂ ਦੇ ਸਿੱਖ ਹੁੰਦੇ ਨੇ, ਐਦਾਂ ਬਚਨ ਕਮਾਉਂਦੇ ਨੇ, ਐਦਾਂ ਸਿੱਖੀ ਕਮਾਈ ਜਾਂਦੀ ਹੈ। ਤੇ ਬੜਾ ਹੈਰਾਨ ਹੁੰਦਾ ਹੈ। ਤੇ ਉਹ ਕੀ ਕਹਿੰਦਾ ਹੈ, ਮਸਕੀਨੀਆਂ ਪਹਿਲਵਾਨਾਂ ਨੂੰ ਕੀ ਕਹਿੰਦਾ ਹੈ? ਕਹਿੰਦਾ ਅਸੀਂ ਦੋਨੋਂ ਚੱਲਦੇ ਹਾਂ, ਉੱਥੇ ਅਸੀਂ ਨਾਟਕਬਾਜ਼ੀ ਕਰਾਂਗੇ। ਪਹਿਲਾਂ ਤੈਨੂੰ ਮੈਂ ਮਾਰਾਂਗਾ, ਫਿਰ ਤੂੰ ਮੈਨੂੰ ਮਾਰ ਕੇ ਤੂੰ ਮੈਨੂੰ ਹਰਾ ਦੇ, ਤੇ ਫਿਰ ਜੋ ਤੈਨੂੰ 500 ਰੁਪਏ ਦੀ ਬਜਾਏ ਤੂੰ ਜਿੱਤ ਜਾਏਗਾ, ਤੈਨੂੰ 1000 ਰੁਪਇਆ ਮਿਲੇਗਾ, ਤੇ ਤੂੰ 500 ਰੁਪਏ ਦੀ ਜਗ੍ਹਾ ਤੂੰ ਆਪਣੇ ਗੁਰੂ ਦੇ ਚਰਨਾਂ ਦੇ ਵਿੱਚ 1000 ਰੁਪਇਆ ਭੇਟ ਪਾ ਕਰੀ। ਇਹ ਜਿਗਿਆਸੂ ਦੇ ਪੈਰਾਂ ਦੇ ਥੱਲੋਂ ਜ਼ਮੀਨ ਨਿਕਲ ਜਾਂਦੀ ਹੈ। ਉਹ ਕਹਿੰਦੇ ਨੇ ਗੁਰੂ ਨੇ ਸੇਵਾ ਬਖਸ਼ੀ, ਇਹਦਾ ਇੰਨਾ ਪਿਆਰ, ਇਹਦਾ ਇੰਨਾ ਭਰੋਸਾ, ਔਰ ਉੱਪਰੋਂ ਦੇਖੋ ਔਰ ਗੁਰੂ ਨੇ ਇਹਨੂੰ ਜਿਤਾਉਣ ਦਾ ਵੀ ਪ੍ਰਬੰਧ ਕਰਤਾ। ਸੇਵਾ ਦਾ ਤੇ ਪ੍ਰਬੰਧ ਕੀਤਾ ਹੀ, ਪਰ ਗੁਰੂ ਜੀ ਨੇ, ਪਾਤਸ਼ਾਹ ਨੇ ਇਹਨੂੰ ਤੇ ਜਿਤਾਉਣ ਦਾ ਪ੍ਰਬੰਧ ਵੀ ਕਰਤਾ। ਮਸਕੀਨੀਆਂ ਤੇ ਪਹਿਲਾਂ ਹੀ ਇਹਦੇ ਤੋਂ ਹਾਰ ਗਿਆ। ਬਹੁਤ ਹੈਰਾਨ ਹੁੰਦਾ। ਹੁਣ ਉਹਨੂੰ ਮਹਿਸੂਸ ਹੋਣ ਲੱਗ ਪੈਂਦਾ ਹੈ ਕਿ ਉਹਦੇ ਮਨ ਦੇ ਵਿੱਚ ਕਿੰਨੀਆਂ ਮੈਲਾਂ ਭਰੀਆਂ ਨੇ, ਕਿਉਂਕਿ ਬਾਣੀ 'ਚ ਵੀ ਲਿਖਿਆ ਹੈ ਕਿ ਜਨਮ ਦੀ ਇਸ ਮਨ ਕੋ ਮੈਲ ਲਾਗੀ।
ਇਹ ਜਿਹੜਾ ਸਾਡਾ ਮਨ ਹੈ ਨਾ, ਇਹਨਾਂ ਨੂੰ ਤੇ ਜਨਮਾਂ ਜਨਮਾਂ ਦੀਆਂ ਮੈਲਾਂ ਚੜੀਆਂ ਹੋਈਆਂ ਹੈ। ਔਰ ਇਹ ਕਿਸ ਤਰ੍ਹਾਂ ਦਾ ਹੋਇਆ ਪਿਆ ਹੈ? ਕਾਲਾ ਸਵਾਹ ਹੋਇਆ ਪਿਆ ਹੈ ਸਾਡਾ ਮਨ। ਔਰ ਇਹ ਕਿਸ ਤਰ੍ਹਾਂ ਧੁੱਪਦਾ ਹੈ? ਇਹ ਪ੍ਰਭੂ ਦਾ ਨਾਮ ਲੈਣ ਦੇ ਨਾਲ, ਉਹਨਾਂ ਦੀ ਬੰਦਗੀ ਕਰਨ ਦੇ ਨਾਲ, ਉਹਦੀ ਭਜਨ ਬੰਦਗੀ, ਉਹਦਾ ਸਿਮਰਨ, ਉਹਦਾ ਜਾਪ ਕਰਨ ਦੇ ਨਾਲ, ਇਹ ਸਿਰਫ ਇਹ ਕਰਨ, ਜਾਪ ਭਜਨ ਬੰਦਗੀ ਕਰਨ ਦੇ ਨਾਲ ਹੀ ਨਹੀਂ ਨੇ ਮਿਲਦੀ। ਸਾਨੂੰ ਆਪਣੇ ਗੁਰੂ ਤੇ ਪੂਰਾ ਭਰੋਸਾ, ਪੂਰੀ ਸ਼ਰਧਾ, ਪੂਰੀ ਭਾਵਨਾ, ਇਹ ਉਹਦੇ ਵਿੱਚ ਸਾਨੂੰ ਆਪਣਾ ਆਪ ਗਵਾਉਣਾ ਪੈਂਦਾ ਹੈ। ਤਾਂ ਸਾਨੂੰ ਉਹ ਪ੍ਰਭੂ ਦੀ ਪ੍ਰੇਮ ਦੀ ਪ੍ਰਾਪਤੀ ਹੁੰਦੀ ਹੈ। ਇਹ ਜਾਣਦੇ ਨੇ। ਕੁਸ਼ਤੀ ਸ਼ੁਰੂ ਹੋ ਜਾਂਦੀ ਹੈ, ਉੱਥੇ ਬਹੁਤ ਭੀੜ ਹੁੰਦੀ ਹੈ, ਕਿਉਂਕਿ ਦੂਰੋਂ ਨੇੜੋਂ ਲੋਕੀ ਆਏ ਹੁੰਦੇ ਨੇ ਦੇਖਣ ਵਾਸਤੇ ਕਿ ਕਿਸ ਮਨੁੱਖ ਨੇ ਹਿੰਮਤ ਕੀਤੀ ਹੈ ਮਸਕੀਨੀਆ ਪਹਿਲਵਾਨ ਦੇ ਨਾਲ ਕੁਸ਼ਤੀ ਕਰਨ ਦੀ। ਬਹੁਤ ਭੀੜ ਹੁੰਦੀ ਹੈ। ਪਹਿਲਾਂ ਮਸਕੀਨੀਆ ਪਹਿਲਵਾਨ ਗੁਰੂ ਦੇ ਸਿੱਖ ਨੂੰ 2-4 ਮਾਰਦਾ ਹੈ, ਔਰ ਗੁਰੂ ਦੇ ਸਿੱਖ ਨੇ ਤੇ ਕਦੀ ਕੁਸ਼ਤੀ ਕੀਤੀ ਨਹੀਂ ਹੁੰਦੀ, ਉਹ 2-4 ਦੇ ਵਿੱਚ ਹੀ ਗਿਰ ਜਾਂਦਾ ਹੈ। ਫਿਰ ਉਸ ਤੋਂ ਬਾਅਦ ਨਾਟਕ, ਜਦੋਂ ਉਹਨਾਂ ਨੇ ਸੋਚਿਆ ਹੁੰਦਾ ਨਾਟਕਬਾਜ਼ੀ ਦੇ ਅਨੁਸਾਰ, ਫਿਰ ਗੁਰੂ ਦਾ ਸਿੱਖ ਉਹਨੂੰ ਮਾਰਨਾ ਸ਼ੁਰੂ ਕਰਦਾ। ਉਹਨੂੰ ਮਾਰਦਾ, ਉਹ ਗਿਰ ਜਾਂਦਾ ਥੱਲੇ, ਉਹ ਕਸੁੰਨ, ਮੁੱਕੇ, ਲੱਤਾਂ ਉਹਦੇ ਤੋਂ ਮਾਰ ਖਾਈ ਜਾ ਰਿਹਾ ਹੈ। ਔਰ ਜੋ ਲੋਕੀ ਉੱਥੇ ਭੀੜ ਜਮਾ ਹੋਈ ਹੁੰਦੀ ਹੈ, ਜੋ ਕਿ ਮਸਕੀਨੀਆਂ ਦੀ ਜੈ ਜੈਕਾਰ ਕਰਦੇ ਹੁੰਦੇ ਨੇ, ਕਿ ਪਹਿਲਾਂ ਜੈ ਜੈਕਾਰ ਤੇ ਸ਼ੁਰੂ ਤੋਂ ਹੀ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਮਸਕੀਨੀਆਂ ਜਿੱਤਣਗੇ। ਤੇ ਉਹਦੀ ਜੈ ਜੈਕਾਰ, ਉਹ ਜਿਹੜੀ ਪਹਿਲਾਂ ਤੋਂ ਹੀ ਸ਼ੁਰੂ ਹੋਈ ਹੁੰਦੀ ਹੈ, ਉਹ ਹਾਏ ਹਾਏ ਥੂ ਥੂ ਦੇ ਵਿੱਚ ਉਹਨੂੰ ਸੁਣਾਈ ਦੇਣ ਲੱਗ ਪੈਂਦੀ ਹੈ। ਪਰ ਮਸਕੀਨੀਆ ਪਹਿਲਵਾਨ ਸਿੱਖ ਤੋਂ ਮਾਰ ਖਾਈ ਜਾ ਰਿਹਾ ਹੈ, ਔਰ ਉਹਨੂੰ ਮਾਰ ਖਾਣ 'ਚ ਇੰਨਾ ਆਨੰਦ ਆ ਰਿਹਾ ਹੈ, ਇੰਨਾ ਆਨੰਦ ਆ ਰਿਹਾ ਹੈ, ਇੰਨਾ ਪ੍ਰੇਮ ਆ ਰਿਹਾ ਹੈ ਸਿੱਖ ਤੇ। ਉਹਦੇ ਕੋਲੋਂ ਮਾਰ ਖਾਣ 'ਚ ਇੰਨਾ ਪ੍ਰੇਮ ਆ ਰਿਹਾ ਹੈ ਕਿ ਉਹਨੇ ਉਹ ਆਨੰਦ ਇੰਨੀ ਵਾਰ ਜਿੱਤ 'ਚ ਮਹਿਸੂਸ ਨਹੀਂ ਕੀਤੀ ਜੋ ਉਹਨੂੰ ਅੱਜ ਸਿੱਖ ਤੋਂ ਹਾਰਨ 'ਚ ਮਹਿਸੂਸ ਹੋ ਰਹੀ ਹੈ। ਉਹਨੂੰ ਅੰਦਰ ਇਹੋ ਜਿਹਾ ਮਹਿਸੂਸ ਹੋ ਰਿਹਾ ਹੈ ਕਿ ਉਹਨੂੰ ਸਾਰੇ ਜਹਾਨ ਦੀਆਂ ਖੁਸ਼ੀਆਂ ਮਿਲ ਗਈਆਂ ਨੇ, ਉਹਨੂੰ ਸਾਰੇ ਜਹਾਨ ਦੀ, ਉਹਨੂੰ ਜੋ ਦੱਸ ਨਹੀਂ, ਜੋ ਐਕਸਪ੍ਰੈਸ ਨਹੀਂ ਕਰ ਪਾਉਂਦਾ, ਉਹਨੂੰ ਇੰਨੀਆਂ ਖੁਸ਼ੀਆਂ ਨੂੰ ਆਨੰਦ ਮਿਲ ਗਿਆ ਹੈ। ਉਹ ਜਿੱਤ ਜਾਂਦਾ ਹੈ, ਸਿੱਖ ਜਿੱਤ ਜਾਂਦਾ ਹੈ। ਔਰ ਮਸਕੀਨੀਆ ਪਹਿਲਵਾਨ 1000 ਰੁਪਏ ਸਿੱਖ ਨੂੰ ਦਿੰਦਾ ਹੈ, ਕਹਿੰਦਾ ਹੈ ਧੰਨ ਹੈ ਤੂੰ ਜਿਨਨੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ, ਆਪਣੇ ਗੁਰੂ ਦੇ ਬਚਨ, ਇੱਕ ਬਚਨ ਕਮਾਉਣ ਵਾਸਤੇ ਕਿ ਭਈ ਸੇਵਾ ਨਿਭਣੀ ਚਾਹੀਦੀ ਹੈ, ਇੱਕ ਬਚਨ ਕਮਾਉਣ ਵਾਸਤੇ ਤੂੰ ਆਪਣੀ ਜਾਨ ਤੇ ਖੇਡ ਪਿਆ। ਔਰ ਧੰਨ ਹੈ ਤੂੰ, ਔਰ ਧੰਨ ਹੈ ਤੇਰਾ ਗੁਰੂ ਜਿਹਦਾ ਤੂੰ ਸਿੱਖ ਹੈ। ਤੇ ਉਹ ਮਸਕੀਨੀਆ ਪਹਿਲਵਾਨ ਕਹਿੰਦਾ ਹੈ ਕਿ ਤੂੰ ਮੈਨੂੰ, ਮੇਰਾ ਦਿਲ ਕਰਦਾ ਹੈ ਕਿ ਮੈਂ ਵੀ ਤੇਰੇ ਗੁਰੂ ਦੇ ਦਰਸ਼ਨ ਕਰਾਂ। ਤੇ ਗੁਰੂ ਦਾ ਸਿੱਖ ਕੀ ਕਹਿੰਦਾ ਹੈ? ਕਹਿੰਦਾ ਮੈਂ ਤੇ ਆਪਣੀ ਸੇਵਾ ਲੈ ਕੇ ਜਾ ਹੀ ਰਿਹਾ ਤੇ ਤੂੰ ਵੀ ਮੇਰੇ ਨਾਲ ਚੱਲ। ਮਸਕੀਨੀਆ ਪਹਿਲਵਾਨ, ਗੁਰੂ ਦਾ ਸਿੱਖ ਔਰ ਜੋ ਪੱਤਰੀ ਲੈ ਕੇ ਆਇਆ ਹੁੰਦਾ ਹੈ ਸਿੱਖ, ਉਹ ਤਿੰਨੋਂ ਚਲੇ ਜਾਂਦੇ ਨੇ ਅੰਮ੍ਰਿਤਸਰ। ਉੱਥੇ ਜਾਂਦੇ ਨੇ ਔਰ ਗੁਰੂ ਦਾ ਸਿੱਖ ਜਾ ਕੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ 1000 ਰੁਪਇਆ ਰੱਖਦਾ ਹੈ ਔਰ ਮਨ ਦੇ ਵਿੱਚ ਸ਼ੁਕਰ ਕਰੀ ਜਾ ਰਿਹਾ ਹੈ ਕਿ हे ਮੇਰੇ ਸੱਚੇ ਪਾਤਸ਼ਾਹ, ਮਨ ਦੇ ਮਨ 'ਚ ਅਰਦਾਸਾਂ ਕਰੀ ਜਾ ਰਿਹਾ ਹੈ ਕਿ हे ਸੱਚੇ ਪਾਤਸ਼ਾਹ, ਤੁਸੀਂ ਸੇਵਾ ਬਖਸ਼ੀ ਔਰ ਤੁਸੀਂ ਆਪੇ ਸੰਪੂਰਨ ਕਰਾਈ ਹੈ ਸੱਚੇ ਪਾਤਸ਼ਾਹ, ਕਿਉਂਕਿ ਤੁਸੀਂ ਹੀ ਸਭ ਕਰਤਾ ਹੋ, ਤੁਸੀਂ ਹੀ ਕਰਨ ਕਰਾਵਨਹਾਰ ਹੋ। ਤੇਰਾ ਤੁਝਕੋ ਸੌਂਪਦੇ ਕਿਆ ਲਾਗੇ ਮੇਰਾ, ਜੋ ਕਿਛ ਹੈ ਸੋ ਤੇਰਾ। ਉਹ ਕਹੀ ਜਾ ਰਿਹਾ ਮੇਰਾ ਮੁਝ ਮੇ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਉਹ ਮਨ ਦੇ ਵਿੱਚ ਅਰਦਾਸਾਂ ਕਰੀ ਜਾ ਰਿਹਾ ਹੈ ਕਿ ਪਰਮਾਤਮਾ, ਕਿ ਸੱਚੇ ਪਾਤਸ਼ਾਹ ਤੁਸੀਂ ਮੈਨੂੰ ਸੇਵਾ ਬਖਸ਼ੀ ਔਰ ਤੁਸੀਂ ਹੀ ਪ੍ਰਬੰਧ ਕੀਤਾ ਔਰ ਤੁਸੀਂ ਹੀ ਸੰਪੂਰਨ ਕਰਾਈ ਹੈ, ਮੈਂ ਇਹਦੇ ਵਿੱਚ ਕੁਛ ਨਹੀਂ ਕੀਤਾ। ਇਹ ਨਮਰਤਾ, ਇਹ ਨੀਵਾਂਪਨ
ਔਰ ਇਹ ਫਿਰ ਕੀ ਕਹਿੰਦੇ ਨੇ, ਗੁਰੂ ਦੇ ਸਿੱਖ ਕੀ ਕਹਿੰਦੇ ਨੇ, ਕੋਈ ਭਾਵ ਨਹੀਂ ਹੈ ਮਨ ਦੇ ਵਿੱਚ ਕਿ ਇਹ ਮੈਂ ਕਰਕੇ ਲਿਆਇਆ ਹੈ, ਕੋਈ ਭਾਵ ਨਹੀਂ ਹੈ। ਬਾਬਾ ਜੀ ਦੇ ਚਰਨਾਂ 'ਚ ਮੱਥਾ ਟੇਕਿਆ ਹੈ, ਸੇਵਾ ਭੇਟ ਕੀਤੀ ਹੈ ਔਰ ਮਸਕੀਨੀਆਂ ਦੀ ਤਾਰੀਫ ਕਰ ਰਹੇ ਨੇ ਕਿ ਸਤਿਗੁਰੂ ਇਹ ਮੇਰੇ ਨਾਲ, ਇਹ ਇੱਕ ਪਹਿਲਵਾਨ ਨੇ, ਇਹਨਾਂ ਨੇ ਇਹ ਜਾਣਬੁੱਝ ਕੇ ਮੇਰੇ ਕੋ ਹਾਰੇ ਨੇ, ਇਹ ਤੁਹਾਡੇ ਦਰਸ਼ਨਾਂ ਵਾਸਤੇ ਆਏ ਨੇ, ਇਹ ਜਾਣਬੁੱਝ ਕੇ ਮੇਰੇ ਕੋ ਹਾਰੇ ਨੇ ਕਿ ਮੈਂ ਸੇਵਾ ਦੇ ਸਕਾਂ, ਮੈਂ ਤੁਹਾਡੇ ਮੇਰੀ ਮੈਂ ਬਚਨ ਕਮਾ ਸਕਾਂ। ਉਹ ਮਸਕੀਨੀਆਂ ਜੀ ਦੀ ਤਾਰੀਫ ਕਰੀ ਜਾ ਰਹੇ ਨੇ। ਔਰ ਸਤਿਗੁਰੂ ਤੇ ਜਾਣੀ ਜਾਣ ਹੁੰਦੇ ਨੇ, ਜੇ ਸਤਿਗੁਰੂ ਮੇਰ ਭਰੀ ਦ੍ਰਿਸ਼ਟੀ ਮਸਕੀਨੀਆਂ ਤੇ ਪਾਉਂਦੇ ਨੇ। ਔਰ ਕੀ ਕਹਿੰਦੇ ਨੇ ਕਿ ਜੋ ਬੰਦਾ ਨੀਵਾਂ ਹੋ ਕੇ ਚੱਲਦਾ ਹੈ, ਜੋ ਹਉਮੈ ਛੱਡ ਕੇ ਚੱਲਦਾ ਹੈ, ਜੋ ਕਿ ਆਪਣੇ ਆਪ ਨੂੰ ਨੀਵਾਂ ਰੱਖਦਾ ਹੈ, ਜੋ ਆਪਣੇ ਅੰਦਰ ਨਮਰਤਾ ਰੱਖਦਾ ਹੈ, ਉਹ ਹੀ ਸੁਖੀ ਰਹਿੰਦਾ ਹੈ। ਔਰ ਉਹ ਪਾਤਸ਼ਾਹ ਕੀ ਕਹਿੰਦੇ ਨੇ, ਕਹਿੰਦੇ ਇਹ ਹਾਰ ਕੇ ਵੀ ਜਿੱਤਿਆ ਹੈ, ਕਿਉਂਕਿ ਧਰਮ ਦੇ ਖੇਤਰ ਦੇ ਵਿੱਚ ਜੋ ਹਾਰਦਾ ਹੈ, ਜੋ ਆਪਣਾ ਮਨ ਹਾਰਦਾ ਹੈ, ਜੋ ਆਪਣੇ ਆਪ ਨੂੰ ਗੁਰੂ ਦੇ ਅੱਗੇ ਹਾਰਦਾ ਹੈ, ਉਹੀ ਜਿੱਤਦਾ ਹੈ। ਤੇ ਪਾਤਸ਼ਾਹ ਕਹਿੰਦੇ ਨੇ ਕਿ ਉਹ ਇਹਦੀ ਹਾਰ ਨਹੀਂ ਹੈ। ਤੇ ਉਹਨਾਂ ਨੇ ਮੇਰ ਭਰੀ ਦ੍ਰਿਸ਼ਟੀ ਮਸਕੀਨੀਆਂ ਤੇ ਪਾਈ। ਉਹਨਾਂ ਨੇ ਕਿਹਾ ਸੁਖੀ ਬਸੇ ਮਸਕੀਨੀਆਂ ਆਪ ਨਿਵਾਰ ਤਲੇ, ਵੱਡੇ ਵੱਡੇ ਅੰਕਾਰੀਆਂ ਨਾਨਕ ਗਰਭ ਗਲੇ। ਉਹਨਾਂ ਨੇ ਸਿੱਖ ਨੂੰ ਤੇ ਸਿੱਖੀ ਬਖਸ਼ੀ ਹੋਈ ਸੀ। ਉਹਨਾਂ ਮਸਕੀਨ ਜੀ ਨੇ ਵੀ, ਮਸਕੀਨੀਆਂ ਜੀ ਨੇ ਵੀ ਸਤਿਗੁਰਾਂ ਦੇ ਚਰਨ ਪਕੜ ਲਏ, ਕਹਿੰਦੇ ਸਤਿਗੁਰੂ ਮੈਨੂੰ ਵੀ ਆਪਣਾ ਸਿੱਖ ਬਣਾ ਲਓ। ਤੇ ਸਤਿਗੁਰਾਂ ਨੇ ਉਹਨਾਂ ਨੂੰ ਵੀ ਸਿੱਖ ਆਪਣਾ ਬਣਾਇਆ, ਉਹਨਾਂ ਨੂੰ ਬਾਣੀ 'ਚ ਵੀ ਉਹਨਾਂ ਨੂੰ ਦਰਜਾ ਦਿੱਤਾ। ਔਰ ਇਹ ਦੇਖ ਕੇ ਉਹ ਜਿਹੜੇ ਜਿਗਿਆਸੂ ਸੀ, ਉਹਨਾਂ ਨੇ ਤੇ ਸਤਿਗੁਰਾਂ ਦੇ ਚਰਨ ਪਕੜ ਲਏ ਔਰ ਰੋਈ ਜਾ ਰਹੇ ਨੇ। ਕਹਿੰਦੇ ਐ ਸਤਿਗੁਰੂ ਮੇਰਾ ਮਨ ਮੈਲਾਂ ਦਾ ਭਰਿਆ ਹੋਇਆ ਹੈ, ਸਤਿਗੁਰੂ ਮੈਂ ਵਿਕਾਰਾਂ ਦਾ ਭਰਿਆ ਹੋਇਆ ਹੈ, ਸਤਿਗੁਰੂ ਮੈਂ ਅਵਗੁਣਾਂ ਦਾ ਭਰਿਆ ਹੋਇਆ ਹੈ ਸਤਿਗੁਰੂ, ਪਰ ਸਤਿਗੁਰੂ ਮੈਂ ਤੁਹਾਡੀ ਚਰਨਾਂ ਦੇ ਵਿੱਚ ਆਇਆ ਹੈ। ਸਤਿਗੁਰੂ ਤੁਸੀਂ ਮੈਨੂੰ ਵੀ, ਮੇਰੇ ਤੇ ਵੀ ਕਿਰਪਾ ਦ੍ਰਿਸ਼ਟੀ ਕਰੋ, ਮੈਨੂੰ ਵੀ ਤੁਸੀਂ ਆਪਣਾ ਸਿੱਖ ਬਣਾਓ। ਔਰ ਉਹ ਹੁਣ ਜਾਣ ਚੁੱਕਿਆ ਹੁੰਦਾ ਹੈ। ਇਹ ਸੰਗਤ ਜੀ, ਇਹ ਸਾਰੇ ਸਾਡੇ ਇਹ ਐਡਮਿਸ਼ਨ ਹੈ, ਗੁਰੂ ਘਰ 'ਚ ਐਡਮਿਸ਼ਨ ਲੈਣ ਦੇ ਹੀ ਸਾਡੇ ਇੰਨੇ ਵੱਡੇ ਪਰਚੇ ਹੁੰਦੇ ਨੇ। ਇਹ ਜਿਹੜੇ ਸਾਡੇ ਸੁੱਖ ਦੁੱਖ, ਜਿਹੜੇ ਸਾਡੇ ਦੁੱਖ ਆਉਂਦੇ ਨੇ, ਇਹ ਜਿਹੜੇ ਸਾਨੂੰ ਪਰਚੇ ਪੈਂਦੇ ਨੇ, ਸਾਡਾ ਤੇ ਹਾਲੀ ਗੁਰੂ ਘਰ ਦੇ ਵਿੱਚ ਸਾਡਾ ਐਡਮਿਸ਼ਨ ਵੀ ਨਹੀਂ ਹੋਇਆ। ਅਸੀਂ ਤੇ ਹਾਲੀ ਉਹ ਐਂਟਰੈਂਸ ਹੀ ਪਾਸ ਨਹੀਂ ਕੀਤੀ ਹੈ ਕਿ ਸਾਨੂੰ ਗੁਰੂ ਘਰ 'ਚ ਐਡਮਿਸ਼ਨ ਵੀ ਮਿਲੇ। ਤੇ ਸਤਿਗੁਰਾਂ ਨੇ ਇੰਨੀ ਮਿਹਰ ਕੀਤੀ ਕਿ ਉਹਨਾਂ ਦੇ ਉੱਤੇ ਮੇਰ ਭਰੀ ਦ੍ਰਿਸ਼ਟੀ ਪਾਈ ਔਰ ਸਾਰਿਆਂ ਨੂੰ ਉਹਨਾਂ ਨੇ, ਪਾਤਸ਼ਾਹ ਨੇ ਸਿੱਖੀ ਦਿੱਤੀ। ਔਰ ਸਤਿਗੁਰਾਂ ਨੇ ਇਹ ਵੀ ਕਿਹਾ ਕਿ ਸਾਨੂੰ ਸਾਰੇ ਸੰਗਤ ਦੇ ਵਿੱਚ ਜਦੋਂ ਸਾਨੂੰ ਸਾਡੇ ਪ੍ਰੇਮ, ਵਾਹਿਗੁਰੂ ਸਾਡੇ ਮਨ ਦੇ ਵਿੱਚ ਅਗਰ ਪ੍ਰੇਮ ਪਾ ਦਿੰਦੇ ਨੇ, ਤੇ ਸਾਨੂੰ ਇੰਨੇ ਨੀਵੇਂ ਹੋ ਕੇ ਰਹਿਣਾ ਚਾਹੀਦਾ ਹੈ ਕਿ ਅਗਰ ਵਾਹਿਗੁਰੂ ਸਾਡੇ ਤੇ ਕਿਰਪਾ ਕਰਦੇ ਨੇ, ਸਾਡੇ 'ਚ ਅਗਰ ਉਹਨਾਂ ਦੀ ਕਿਰਪਾ ਦੇ ਨਾਲ ਸਾਡੇ ਅੰਦਰ ਕੋਈ ਗੁਣ ਆ ਵੀ ਜਾਂਦਾ ਹੈ, ਤੇ ਸਾਨੂੰ ਕਦੀ ਹੰਕਾਰ ਨਹੀਂ ਕਰਨਾ ਚਾਹੀਦਾ, ਸਾਨੂੰ ਹਮੇਸ਼ਾ ਨੀਵੇਂ ਹੋ ਕੇ ਚੱਲਣਾ ਚਾਹੀਦਾ। ਤੇ ਇਹਦੇ ਵਿੱਚ ਅੱਗੇ ਕੀ ਕਹਿੰਦੇ ਨੇ, ਪ੍ਰਥਮੇ ਤਿਆਗੀ ਹਉਮੈ ਪ੍ਰੀਤ, ਕਿ ਸਾਰਿਆਂ ਨਾਲੋਂ ਪਹਿਲਾਂ ਆਪਣੇ ਆਪ ਦੀ ਨੂੰ, ਜਿਹੜੇ ਕਿਉਂਕਿ ਮਨੁੱਖ ਸਾਰਿਆਂ ਨਾਲੋਂ ਜ਼ਿਆਦਾ ਪਿਆਰ ਕਿਹਨੂੰ ਕਰਦਾ ਹੈ, ਸਾਰਿਆਂ ਨਾਲੋਂ ਜ਼ਿਆਦਾ ਪਿਆਰ ਉਹ ਆਪਣੇ ਆਪ ਨੂੰ ਕਰਦਾ ਹੈ। ਤੇ ਉਹ ਕਹਿੰਦੇ ਨੇ ਇੱਥੇ ਬਾਣੀ 'ਚ ਕਿ ਪ੍ਰਥਮੇ ਤਿਆਗੀ ਹਉਮੈ ਪ੍ਰੀਤ, ਦੁਤੀਆ ਤਿਆਗੀ ਲੋਕਾ ਰੀਤ। ਫਿਰ ਦੂਸਰੀ, ਪਹਿਲਾਂ ਤੇ ਆਪਣੇ ਹਉਮੈ ਤਿਆਗੀ, ਆਪਣੇ ਆਪ ਨੂੰ ਵਾਰਤਾ, ਔਰ ਫਿਰ ਦੂਸਰਾ ਕੀ ਕੀਤਾ, ਫਿਰ ਉਹਨਾਂ ਨੂੰ ਲੋਕਾਂ ਦੀ ਪਰਵਾਹ ਨਹੀਂ ਰਹਿੰਦੀ ਕਿ ਲੋਕੀ ਮੇਰੇ ਬਾਰੇ ਕੀ ਕਹਿਣਗੇ। ਜਿਸ ਤਰ੍ਹਾਂ ਮਸਕੀਨੀਆਂ ਜੀ ਨੂੰ, ਪਹਿਲਵਾਨ ਜੀ ਨੂੰ ਪਰਵਾਹ ਨਹੀਂ ਸੀ ਕਿ ਲੋਕੀ ਤੇ ਹੁਣ ਤੱਕ ਤੇ ਮੇਰੀ ਜੈ ਜੈਕਾਰ ਕਰ ਰਹੇ ਸੀ, ਅੱਜ ਮੈਨੂੰ ਹਾਏ ਹਾਏ ਮੇਰੇ ਨਾਮ ਤੇ ਥੂ ਕਰ ਰਹੇ ਨੇ, ਅੱਗੋਂ ਵੀ ਮੈਨੂੰ ਕਹਿਣਗੇ ਕਿ ਇਹ ਨਾਰਮਲ ਬੰਦੇ ਤੋਂ ਇਹ ਹਾਰ ਗਿਆ। ਉਹਨਾਂ ਨੂੰ ਇਹ ਗੱਲਾਂ ਦੀ ਪਰਵਾਹ ਨਹੀਂ ਸੀ। ਜੋ ਪ੍ਰਭੂ ਦੇ ਰੰਗ ਵਿੱਚ ਰੰਗੇ ਜਾਂਦੇ ਨੇ, ਫਿਰ ਉਹਨਾਂ ਨੂੰ ਲੋਕਾਂ ਚਾਰੀ ਦੀ ਪਰਵਾਹ ਨਹੀਂ ਹੁੰਦੀ ਕਿ ਲੋਕੀ ਮੇਰੇ ਬਾਰੇ ਕੀ ਕਹਿਣਗੇ।
ਉਹਨਾਂ ਨੂੰ ਤੇ ਆਪਣੇ ਸਿਰਫ ਪ੍ਰਭੂ ਦੇ ਨਾਲ ਪਿਆਰ ਹੁੰਦਾ, ਉਹਨਾਂ ਦੇ ਨਾਲ ਹੀ ਪ੍ਰੀਤ ਹੁੰਦੀ ਹੈ, ਉਹਨਾਂ ਨੂੰ ਹੀ ਖੁਸ਼ ਕਰਨਾ ਹੁੰਦਾ ਹੈ। ਤ੍ਰੈ ਗੁਣ ਤਿਆਗ ਦੁਰਜਨ ਮੀਤ ਸਮਾਨੇ। ਔਰ ਫਿਰ ਕੀ ਹੁੰਦਾ ਹੈ, ਜਿਹਦੇ ਮਨ ਦੇ ਵਿੱਚ ਪ੍ਰੀਤ ਵਸ ਜਾਂਦੀ ਹੈ, ਪ੍ਰੇਮ ਵਸ ਜਾਂਦਾ ਹੈ, ਫਿਰ ਉਹਨੂੰ ਕੀ ਤੇ ਦੁਰਜਨ ਔਰ ਮੀਤ ਇੱਕੋ ਜਿਹੇ ਲੱਗਣ ਲੱਗ ਪੈਂਦੇ ਨੇ। ਕਿਉਂ? ਕਿਉਂਕਿ ਉਹਨਾਂ ਨੂੰ ਫਿਰ ਸਾਰਿਆਂ ਦੇ ਵਿੱਚ, ਬਾਣੀ ਕਹਿੰਦੀ ਹੈ ਕਿ ਸਾਰਿਆਂ ਦੇ ਨਾਲ ਦਿਲ ਤੋਂ ਪ੍ਰੀਤ ਕਰੋ, ਹਰ ਇੱਕ ਦੇ ਨਾਲ, ਕਿਉਂਕਿ ਹਰ ਇੱਕ ਦੇ ਵਿੱਚ ਉਸ ਪਰਮਾਤਮਾ ਦੀ ਜੋਤ ਹੈ ਤੇ ਅਸੀਂ ਉਸ ਪਰਮਾਤਮਾ ਦੀ ਜੋਤ ਹਰ ਇੱਕ ਦੇ ਵਿੱਚ ਵਸੀ ਹੋਈ ਹੈ। ਇਸ ਲਈ ਅਸੀਂ ਜੋ ਜਿਹਦੇ ਮਨ ਦੇ ਵਿੱਚ ਪ੍ਰਭੂ ਵਸ ਜਾਂਦੇ ਨੇ, ਉਹਨੂੰ ਤੇ ਫਿਰ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਉਹਨੂੰ ਤੇ ਫਿਰ ਸਾਰਿਆਂ ਦੇ ਵਿੱਚ ਪ੍ਰਭੂ ਦਾ ਹੀ ਰੂਪ ਦਿਖਦਾ ਹੈ। ਤੁਰਿਆ ਗੁਣ ਮਿਲ ਸਾਧ ਪਛਾਨੇ। ਔਰ ਇਹ ਫਿਰ ਗੁਣ ਕਦੋਂ ਆਉਂਦੇ ਨੇ? ਇਹ ਫਿਰ ਜਦੋਂ ਅਸੀਂ ਸਾਧਾਂ ਦੀ ਸੰਗਤ ਦੇ ਵਿੱਚ ਜਾਂਦੇ ਹਾਂ, ਬਚਨ ਕਮਾਉਂਦੇ ਹਾਂ, ਫਿਰ ਇਹ ਗੁਣ ਆਉਂਦੇ ਨੇ। ਇਹ ਗੁਣ ਆਉਂਦੇ ਨੇ ਸਾਡੇ ਵਿੱਚ। ਸਹਿਜ ਗੁਫਾ ਮੈਂ ਆਸਣ ਬਾਧਿਆ। ਔਰ ਇਹਦੇ 'ਚ ਫਿਰ ਸਾਨੂੰ ਸਤਿਗੁਰੂ ਕੀ ਕਹਿੰਦੇ ਨੇ ਕਿ ਇਹ ਜਿਹੜਾ ਗੁਫਾ, ਇਹ ਜਿਹੜੇ ਸਰੀਰ ਰੂਪੀ ਗੁਫਾ ਹੈ ਨਾ, ਫਿਰ ਇਹਦੇ 'ਚੋਂ ਜਦੋਂ ਅਵਗੁਣ ਨਿਕਲ ਜਾਂਦੇ ਨੇ, ਇਹ ਜਦੋਂ ਸੰਸਾਰਿਕ ਜਿਹੜੀਆਂ ਚੀਜ਼ਾਂ ਦਾ ਮੂੰਹ ਨਿਕਲ ਜਾਂਦਾ ਹੈ, ਤ੍ਰਿਸ਼ਨਾਵਾਂ ਦੀਆਂ ਨਿਕਲ ਜਾਂਦੀਆਂ ਨੇ, ਤੇ ਇਹਦੇ ਵਿੱਚ ਫਿਰ ਕੀ ਹੋ ਜਾਂਦਾ? ਜਿਸ ਤਰ੍ਹਾਂ ਇਹ ਜਿਹੜੇ 5 ਵਿਕਾਰ ਹੁੰਦੇ ਨੇ, ਇਹ ਪ੍ਰਭੂ ਦੇ ਨਾਮ ਤੋਂ ਜਦੋਂ ਇਹ ਵਿਕਾਰ ਨਿਕਲ ਜਾਂਦੇ ਨੇ, ਤੇ ਇਹ ਫਿਰ ਇਹਨਾਂ ਦੀ ਜਗ੍ਹਾ ਕੌਣ ਲੈ ਲੈਂਦੇ ਨੇ? ਸਹਿਜਤਾ, ਅਡੋਲਤਾ, ਧੀਰਜ, ਸੰਜਮ। ਇਹ ਫਿਰ ਚੀਜ਼ਾਂ ਉਸ ਮਨੁੱਖ ਦੇ ਮਨ 'ਚ ਆ ਜਾਂਦੀਆਂ, ਜਿਹਦੇ ਵਿੱਚ ਪ੍ਰਭੂ ਦਾ ਪ੍ਰੇਮ ਵਸਣ ਲੱਗ ਪੈਂਦਾ। ਤੇ ਫਿਰ ਇਹਦੇ 'ਚ ਕੀ ਕਹਿੰਦੇ ਨੇ? ਸਹਿਜ ਗੁਫਾ ਮੈਂ ਆਸਣ ਬਾਧਿਆ। ਫਿਰ ਇਸ ਗੁਫਾ ਦੇ ਵਿੱਚ, ਇਸ ਗੁਫਾ ਰੂਪੀ ਸਰੀਰ, ਇਸ ਮਨ ਦੇ ਵਿੱਚ ਫਿਰ ਸਹਿਜਤਾ ਆ ਜਾਂਦੀ ਆ, ਅਡੋਲਤਾ ਆ ਜਾਂਦੀ ਆ, ਪ੍ਰਭੂ ਤੇ ਭਰੋਸਾ, ਅਡੋਲਤਾ ਕਿ ਕੁਝ ਵੀ ਹੋ ਜਾਏ ਪ੍ਰਭੂ ਦੇ ਉੱਤੇ ਸਾਨੂੰ ਪੂਰਾ ਵਿਸ਼ਵਾਸ ਰੱਖਣਾ ਹੈ। ਜੋਤ ਸਰੂਪ ਅਨਾਹਦ ਵਾਜੇ। ਔਰ ਫਿਰ ਕੀ ਹੁੰਦਾ? ਜਿਹਦੇ ਮਨ ਦੇ ਵਿੱਚ ਵਾਹਿਗੁਰੂ ਦਾ ਨਾਮ ਇਹ ਜਾਪ ਚੱਲਦਾ ਰਹਿੰਦਾ ਨਾ, ਉਹ ਫਿਰ ਹਮੇਸ਼ਾ ਆਨੰਦਿਤ ਰਹਿੰਦਾ ਹੈ। ਕਿਉਂ ਆਨੰਦਿਤ ਰਹਿੰਦਾ ਹੈ? ਕਿਉਂਕਿ ਉਹਦੇ ਮਨ ਦੇ ਵਿੱਚ ਇੱਕ ਅਨਾਹਦ ਵਾਜ ਵੱਜਦੇ ਹੀ ਰਹਿੰਦੇ ਨੇ। ਅਨਾਹਦ ਬਾਣੀ, ਜੋ ਅਨਾਹਦ ਬਾਣੀ, ਕਿਉਂਕਿ ਉਹਦੇ ਮਨ ਦੇ ਵਿੱਚ ਫਿਰ ਜਾਪ ਚੱਲਦਾ ਰਹਿੰਦਾ ਹੈ, ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਚੱਲਦਾ ਰਹਿੰਦਾ ਹੈ, ਤੇ ਉਹ ਫਿਰ ਬਾਣੀ ਉਹਦੇ ਜਦੋਂ ਮਨ ਦੇ ਅੰਦਰ ਚੱਲਦੀ ਰਹਿੰਦੀ ਹੈ, ਤੇ ਫਿਰ ਇਹ ਜਿਹੜੇ ਅਨਾਹਦ ਵਾਜੇ ਉਹਦੇ ਅੰਦਰ ਵੱਜਦੇ ਰਹਿੰਦੇ ਨੇ। ਔਰ ਇਹਦੇ ਵਿੱਚ ਉਹ ਫਿਰ ਰਮਿਆ, ਉਹ ਆਨੰਦਿਤ ਰਹਿੰਦਾ ਹੈ। ਮਹਾ ਆਨੰਦ ਗੁਰ ਸ਼ਬਦ ਵਿਚਾਰ। ਔਰ ਇਹ ਫਿਰ ਕਦੋਂ ਆਉਂਦਾ ਹੈ? ਜਦੋਂ ਸ਼ਬਦ ਦੀ ਵਿਚਾਰ ਕਰਦੇ ਹਾਂ, ਜਦੋਂ ਸਾਨੂੰ ਪਤਾ ਚੱਲਦਾ ਕਿ ਸਾਨੂੰ ਬਾਣੀ ਕਹਿ ਰਹੀ ਹੈ ਇਸ ਤਰ੍ਹਾਂ ਕਰਨਾ ਹੈ, ਸਾਨੂੰ ਬਾਣੀ ਕਹਿੰਦੀ ਹੈ ਇਸ ਰਸਤੇ ਤੇ ਚੱਲਣਾ ਹੈ, ਸਾਨੂੰ ਬਾਣੀ ਦੱਸਦੀ ਹੈ ਕਿ ਇਸ ਤਰ੍ਹਾਂ ਬਚਨ ਕਮਾਣੇ ਨੇ, ਤੇ ਫਿਰ ਬਾਣੀ ਨੂੰ ਵਿਚਾਰ ਕੇ ਸਾਨੂੰ ਸਾਡੇ ਮਨ ਦੇ ਅੰਦਰ ਇਹ ਫਿਰ ਸਾਡਾ ਆਨੰਦ ਵਸ ਜਾਂਦਾ ਹੈ। ਫਿਰ ਇਹਦੇ 'ਚ ਕੀ ਕਹਿੰਦੇ ਨੇ? ਪ੍ਰਿਯ ਸਿਓ ਰਾਤੀ ਤਨ ਸੁਹਾਗਣ ਨਾਰ। ਇਹ ਫਿਰ ਕਿਸ ਤਰ੍ਹਾਂ ਦੀ ਉਹਦੀ ਅਵਸਥਾ ਕਿਸ ਤਰ੍ਹਾਂ ਦੀ ਹੋ ਜਾਂਦੀ ਹੈ? ਉਸ ਮਨੁੱਖ ਦੀ ਅਵਸਥਾ ਕਿਸ ਤਰ੍ਹਾਂ ਦੀ ਹੋ ਜਾਂਦੀ ਹੈ? ਜਿਸ ਤਰ੍ਹਾਂ ਇੱਕ ਸੁਹਾਗਣ ਦੀ ਅਵਸਥਾ ਹੁੰਦੀ ਹੈ, ਜਦੋਂ ਉਹਨੂੰ ਆਪਣੇ ਪਤੀ ਦਾ ਪ੍ਰੇਮ ਮਿਲ ਜਾਂਦਾ, ਆਪਣੇ ਪਤੀ ਦੇ ਪ੍ਰੇਮ 'ਚ ਜਦੋਂ ਸੁਹਾਗਣ ਰੰਗੀ ਜਾਂਦੀ ਹੈ, ਤੇ ਉਹੀ ਅਵਸਥਾ ਉਸ ਮਨੁੱਖ ਦੀ ਹੋ ਜਾਂਦੀ ਹੈ ਜੋ ਪਤੀ, ਪ੍ਰਭੂ ਰੂਪ ਪਤੀ ਦੇ ਰੰਗ ਦੇ ਵਿੱਚ ਰੰਗੀ ਜਾਂਦੀ ਹੈ। ਉਹ ਸੁਹਾਗਣ, ਉਹ ਮਨੁੱਖ ਜੋ ਪ੍ਰਭੂ ਦੇ ਪਿਆਰ ਦੇ ਵਿੱਚ ਇੰਨਾ ਪਿਆਰ 'ਚ ਵਸ ਜਾਂਦਾ ਹੈ, ਪਿਆਰ 'ਚ ਇੰਨਾ ਭਿੱਜ ਜਾਂਦਾ ਹੈ ਕਿ ਉਹਨੂੰ ਫਿਰ ਐਦਾਂ ਦਾ ਮਹਿਸੂਸ ਹੁੰਦਾ ਹੈ ਜਿਸ ਤਰ੍ਹਾਂ ਇੱਕ ਪਤਨੀ ਨੂੰ ਆਪਣਾ ਪਤੀ ਦਾ ਪਿਆਰ ਪਾ ਕੇ ਮਹਿਸੂਸ ਹੁੰਦਾ ਹੈ। ਜਨ ਨਾਨਕ ਬੋਲੇ ਬ੍ਰਹਮ ਵਿਚਾਰ। ਔਰ ਗੁਰਬਾਣੀ ਕੀ ਹੈ? ਗੁਰਬਾਣੀ ਪੂਰੇ ਗੁਰੂ ਗ੍ਰੰਥ ਸਾਹਿਬ 'ਚ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਕੀ ਹੈ? ਪੂਰਾ ਬ੍ਰਹਮ ਵਿਚਾਰ ਹੈ, ਨਿਰੰਕਾਰ ਦੀ ਬਾਣੀ ਹੈ, ਨਿਰੰਕਾਰ ਦੇ ਗੁਣ ਨੇ, ਉਹਦਾ ਗੁਣਗਾਨ ਹੈ। ਪੂਰੀ ਬਾਣੀ ਬ੍ਰਹਮ ਵਿਚਾਰ ਹੈ। ਜਨ ਨਾਨਕ ਬੋਲੇ ਬ੍ਰਹਮ ਵਿਚਾਰ। ਨਾਨਕ ਉਹਨਾਂ ਨੇ ਕਹਿੰਦੇ ਨੇ ਬ੍ਰਹਮ ਵਿਚਾਰ ਕਰਦੇ ਨੇ, ਬਾਣੀ ਨੂੰ ਗਾਇਨ ਕਰਦੇ ਨੇ। ਔਰ ਜੋ ਸੁਣੇ ਕਮਾਵੇ ਸੋ ਉਤਰੇ ਪਾਰ।
ਔਰ ਫਿਰ ਜੋ ਵੀ ਇਹ ਬ੍ਰਹਮ ਵਿਚਾਰ ਸੁਣਦਾ ਹੈ, ਕਮਾਉਂਦਾ ਹੈ, ਉਹਦਾ ਹੀ ਪਾਰ ਉਤਾਰਾ ਹੁੰਦਾ ਹੈ। ਜਿਸ ਤਰ੍ਹਾਂ ਕਿ ਇਹ ਸਿੱਖ ਦਾ ਹੋਇਆ ਪਾਰ ਉਤਾਰਾ, ਔਰ ਉਹਦੇ ਨਾਲ ਕਹਿੰਦੇ ਨੇ ਬਾਣੀ 'ਚ ਲਿਖਿਆ ਹੈ ਕਿ ਜੋ ਪ੍ਰਭੂ ਦੀ ਭਗਤੀ ਕਰਦਾ ਹੈ, ਜੋ ਨਾਮ ਸਿਮਰਨ ਕਰਦਾ ਹੈ, ਉਹਦਾ ਤੇ ਪਾਰ ਉਤਾਰਾ ਹੁੰਦਾ ਹੀ ਹੈ, ਪਰ ਉਹ ਹੋਰਾਂ ਦਾ ਵੀ ਪਾਰ ਉਤਾਰਾ ਕਰਦਾ ਹੈ। ਜਿਸ ਤਰ੍ਹਾਂ ਮਸਕੀਨੀਆਂ ਜੀ ਦਾ ਪਾਰ ਉਤਾਰਾ ਹੋਇਆ, ਕਿਉਂਕਿ ਜਦੋਂ ਉਹਨਾਂ ਨੇ ਸੁਣਿਆ, ਉਹਨਾਂ ਦੀ ਭਗਤੀ, ਉਹਨਾਂ ਦਾ ਪ੍ਰੇਮ ਵੇਖਿਆ, ਤੇ ਉਹਨਾਂ ਦਾ ਵੀ ਫਿਰ ਦਿਲ ਕੀਤਾ ਕਿ ਮੈਂ ਵੀ ਉਸ ਗੁਰੂ ਨੂੰ ਮਿਲਾਂ, ਮੈਂ ਵੀ ਉਸ ਗੁਰੂ ਦਾ ਸਿੱਖ ਬਣਾ। ਉਹਨਾਂ ਦਾ ਵੀ ਫਿਰ ਪਾਰ ਉਤਾਰਾ ਇਹ ਗੁਰੂ ਦੇ ਸਿੱਖ ਕਰਕੇ ਹੋਇਆ। ਜੋ ਸੁਣੇ ਕਮਾਵੇ ਸੋ ਉਤਰੇ ਪਾਰ, ਜਨਮ ਨਾ ਮਰੇ ਨਾ ਆਵੇ ਨਾ ਜਾਏ। ਤੇ ਫਿਰ ਕੀ ਹੁੰਦਾ ਹੈ ਇਹੋ ਮਨੁੱਖ, ਇਸ ਤਰ੍ਹਾਂ ਦੇ ਮਨੁੱਖ ਦਾ ਕੀ ਹੁੰਦਾ ਹੈ ਜੋ ਬਾਣੀ ਸੁਣਦਾ ਹੈ, ਵਿਚਾਰਦਾ ਹੈ, ਬਚਨ ਕਮਾਉਂਦਾ ਹੈ, ਤੇ ਫਿਰ ਕੀ ਹੁੰਦਾ ਹੈ ਇਸ ਮਨੁੱਖ ਦਾ? ਉਹਦਾ ਫਿਰ ਨਾ ਜਨਮ ਹੁੰਦਾ ਹੈ, ਨਾ ਮਰਨ ਹੁੰਦਾ ਹੈ, ਉਹਦਾ ਫਿਰ ਆਵਾ ਗਾਉਣ ਤੋਂ ਉਹਦਾ ਫਿਰ ਛੁਟਕਾਰਾ ਹੋ ਜਾਂਦਾ ਹੈ। ਹਰ ਸੇਤੀ ਉਹ ਰਹੇ ਸਮਾਏ। ਉਹ ਫਿਰ ਕੀ ਹੁੰਦਾ ਹੈ? ਉਹ ਤੇ ਫਿਰ ਪ੍ਰਭੂ ਦੇ ਹੀ ਰੰਗ 'ਚ ਰੰਗਿਆ ਰਹਿੰਦਾ ਹੈ, ਉਹਦੀ ਹੀ ਆਰਾਧਨਾ ਦੇ ਵਿੱਚ ਉਹ ਰਹਿੰਦਾ ਹੈ। ਤੇ ਸੰਗਤ ਜੀ, ਆਓ ਅਸੀਂ ਵੀ ਇਹ ਸਾਰੇ ਮਿਲ ਕੇ ਅਸੀਂ ਇਹ ਪਾਤਸ਼ਾਹ ਦੇ ਅੱਗੇ, ਪ੍ਰਭੂ ਦੇ ਅੱਗੇ ਅਸੀਂ ਆ ਕੇ ਅਰਦਾਸ ਕਰੀਏ ਕਿ हे ਸੱਚੇ ਪਾਤਸ਼ਾਹ, ਸਾਨੂੰ ਵੀ ਇੰਨੀ ਨਮਰਤਾ ਬਖਸ਼ੋ ਕਿ ਅਸੀਂ ਵੀ, ਸਾਡੇ ਮਨ 'ਚ ਵੀ ਸੇਵਾ ਭਾਵਨਾ ਆਏ, ਸਾਡੇ ਵਿੱਚ ਹਉਮੈ ਨਿਕਲੇ। ਹਾਲਾਂਕਿ ਬਾਣੀ 'ਚ ਤੇ ਇਹ ਵੀ ਲਿਖਿਆ, ਹਉਮੈ ਧੀਰਗ ਰੋਗ ਹੈ, ਦਾਰੂ ਵੀ ਇਸ ਮਾਹੇ, ਕਿ ਇਹ ਤੇ ਬੜਾ ਵੱਡਾ ਰੋਗ ਹੈ ਹਉਮੈ ਦਾ, ਇਹ ਜਲਦੀ ਇਹ ਮਰਨ ਤੱਕ ਨਿਕਲਦਾ ਨਹੀਂ ਹੈ। ਪਰ ਦਾਰੂ ਵੀ ਇਸ ਮਾਹੇ, ਦਾਰੂ ਵੀ ਇਹਦੇ 'ਚ ਹੈ, ਦਵਾਈ ਵੀ ਇਸੇ ਵਿੱਚ ਹੈ, ਹਉਮੈ 'ਚ। ਕਿਸ ਤਰ੍ਹਾਂ ਹੈ? ਅਗਰ ਤੂੰ ਆਪਣੇ ਆਪ ਨੂੰ ਗਿਆਨੀ ਸਮਝਦਾ ਹੈ ਤੇ ਦੂਸਰੇ ਨੂੰ ਸੋਚ ਕਿ ਉਹ ਮੇਰੇ ਤੋਂ ਵੱਡਾ ਗਿਆਨੀ ਹੈ। ਅਗਰ ਤੂੰ ਆਪਣੇ ਨੂੰ ਸੁੰਦਰ ਸੋਚਦਾ ਹੈ ਤਾਂ ਤੂੰ ਸੋਚ ਦੂਸਰਾ ਤੇਰੇ ਤੋਂ ਜ਼ਿਆਦਾ ਸੁੰਦਰ ਹੈ। ਅਗਰ ਤੂੰ ਆਪਣੇ ਨੂੰ ਬਲਸ਼ਾਲੀ ਸਮਝਦਾ ਹੈ ਤੇ ਤੂੰ ਸੋਚ ਦੂਸਰਾ ਮੇਰੇ ਤੋਂ ਜ਼ਿਆਦਾ ਬਲਸ਼ਾਲੀ ਹੈ। ਅਗਰ ਤੂੰ ਆਪਣੇ ਆਪ ਨੂੰ ਧਨਵਾਨ ਸਮਝਦਾ ਹੈ ਤੂੰ ਸੋਚ ਦੂਸਰਾ ਮੇਰੇ ਤੋਂ ਜ਼ਿਆਦਾ ਧਨਵਾਨ ਹੈ। ਤੇ ਇਸ ਲਈ ਸੰਗਤ ਜੀ, ਹਉਮੈ ਨਹੀਂ ਕਰਨੀ। ਅਸੀਂ ਕੋਸ਼ਿਸ਼ ਕਰੀਏ, ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਕਰੀਏ ਕਿ ਬਾਬਾ ਜੀ ਦੇ ਚਰਨਾਂ ਦੇ ਨਾਲ ਜੁੜੀਏ। ਵਾਹਿਗੁਰੂ ਸਾਨੂੰ ਇੰਨੀ ਸੁਮਤ ਬਖਸ਼ੋ ਕਿ ਸਾਡੇ ਮਨ 'ਚ ਸੇਵਾ ਭਾਵ ਵਸੇ, ਤੁਹਾਡੇ ਚਰਨਾਂ ਦਾ ਪ੍ਰੇਮ ਵਸੇ, ਸਾਡੇ ਮਨ 'ਚ ਪ੍ਰੇਮ ਵਸੇ, ਕਿ ਤਾਂ ਕਿ ਅਸੀਂ ਵੀ ਸਾਧ ਸੰਗਤ ਕਰ ਸਕੀਏ, ਸਾਧ ਸੰਗਤ 'ਚ ਆ ਕੇ ਅਸੀਂ ਆਪ ਜੀ ਦੇ ਬਚਨ ਕਮਾ ਸਕੀਏ। ਤੇ ਇਹਨਾਂ ਜੀ ਸੇਵਾ ਪ੍ਰਵਾਨ ਕਰਿਓ ਸੰਗਤ ਜੀ, ਭੁੱਲਾਂ ਚੁੱਕਾਂ ਦੀ ਖਿਮਾ ਦਿਓ। ਆਓ ਅਸੀਂ ਹੁਣ ਸ਼ਬਦ ਪੜ੍ਹੀਏ।
सुजान। करके जठेरे की चूकी कान, फिर रखया कीनी सुगड़ सुजान। सुनो लोका मैं प्रेम रस पाया, सुनो लोका मैं प्रेम रस पाया, सुनो लोका मैं प्रेम रस पाया, सुनो लोका मैं प्रेम रस पाया। प्रथम त्यागी हाँ मैं प्रीत, द्वितीया त्यागी लोकारीत। प्रथम त्यागी हाँ मैं प्रीत, द्वितीया त्यागी लोकारीत। त्रैगुण त्याग दुर्जन मीत समाने, तुरिया गुण मिल साध पछाने। त्रैगुण त्याग दुर्जन मीत समाने, तुरिया गुण मिल साध पछाने। सुनो लोका मैं प्रेम रस पाया, सुनो लोका मैं प्रेम रस पाया, सुनो लोका मैं प्रेम रस पाया, सुनो लोका मैं प्रेम रस पाया। सहज गुफा में है आसन बांधिया, ज्योत स्वरूप अनाहत वाज्या।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।